8 लोगों के हमें इम्प्लीड करवा दिया, हम पेश हो गए, लेकिन पहले से ही हमने कह दिया कि हम ऐसी कमेटी के सामने नहीं जाएंगे। असल में दिक्कत ये है कि अगर हम उस चीज को मान लेते हैं तो ये 5 बॉर्डर 6 बॉर्डर के ऊपर जो लाखों लोग बैठे हैं ना, उसको गलत संदेश जाएगा। देखो ਅਸੀਂ ਇਹ ਡਿਮਾਂਡ ਹੀ ਨਹੀਂ ਕੀਤੀ, ਨਾ ਭਾਰਤ ਸਰਕਾਰ ਤੋਂ ਡਿਮਾਂਡ ਕੀਤੀ ਹੈ, ਨਾ ਅਸੀਂ ਸੁਪਰੀਮ ਕੋਰਟ ਤੋਂ ਡਿਮਾਂਡ ਕੀਤੀ ਹੈ ਕਿ ਕੋਈ ਕਮੇਟੀ ਬਣਾਈ ਜਾਵੇ। ਅਸੀਂ ਤਾਂ 1.5 ਮਹੀਨੇ ਤੋਂ ਇੱਥੇ ਬੈਠੇ ਹਾਂ। ਸਾਡੀ ਤਾਂ ਡਿਮਾਂਡ ਇਹ ਹੈ ਕਿ ਜਿਹੜੇ ਤਿੰਨੇ ਕਾਨੂੰਨ ਭਾਰਤ ਸਰਕਾਰ ਨੇ ਗਲਤ ਢੰਗ ਨਾਲ ਬਣਾਇਆ, ਇਹਨਾਂ ਨੂੰ ਰੱਦ ਕੀਤਾ ਜਾਵੇ। ਅਸੀਂ ਉਹਨਾਂ ਦੇ ਅੱਗੇ ਜਾ ਕੇ ਪੇਸ਼ ਕਿਉਂ ਹੋਈਏ? ਜੇ ਅਸੀਂ ਕਾਨੂੰਨ ਰੱਦ ਕਰਨ ਦੀ ਮੰਗ ਕਰਦੇ ਹਾਂ, ਉਹ ਵਕਾਲਤ ਕਰਦੇ ਕਿ ਕਾਨੂੰਨ ਬਹੁਤ ਵਧੀਆ, ਉਹ ਤਾਂ ਸਿੱਧਾ ਜਿਹਾ ਸਰਕਾਰੀ ਬੰਦੇ ਹੈਗੇ ਤੇ ਉਹਨਾਂ ਦੇ ਪੱਖ 'ਚ ਰਿਪੋਰਟ ਦੇਣਗੇ। ਇੱਕ ਸਰਕਾਰੀ ਜਾਇਦਾਦ ਦਾ ਇੱਕ ਫੁੱਲ ਤੱਕ ਨਹੀਂ ਅਸੀਂ ਤੋੜਿਆ, ਸਭ ਦੇ ਸਾਹਮਣੇ ਆ, ਮੀਡੀਆ ਦੇ ਸਾਹਮਣੇ ਆ ਜਿਹੜੀ। ਤੇ ਪੀਸਫੁੱਲ ਰਹਿ ਕੇ ਹੀ ਚੱਲਾਂਗੇ। ਪਰ ਕੁਛ ਵਿਅਕਤੀ ਅਜਿਹੇ ਹੈ, ਕੁਛ ਤਾਂ ਸਰਕਾਰ ਘਸੋੜ ਦਿੰਦੀ ਹੈ ਵਿੱਚ, ਕੁਛ ਬਾਹਰੋਂ ਆ ਜਾਂਦੇ ਆ ਕਿ ਅਸਲ ਦੇ ਵਿੱਚ ਸਰਕਾਰ ਤਾਂ ਇਹ ਚਾਹੂਗੀ ਕਿ ਮਾਹੌਲ ਖਰਾਬ ਹੋਵੇ ਤੇ ਐਜੀਟੇਸ਼ਨ ਇਹ ਵਾਪਸ ਹੋਵੇ। ਅੱਜ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਫੈਸਲਾ ਸੁਣਾਇਆ ਗਿਆ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਕਾਨੂੰਨ ਲਿਆਂਦੇ ਹਨ ਤਾਂ ਉਸ ਨੂੰ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ। ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਖੇਤੀ ਕਾਨੂੰਨ ਹੋਲਡ ਕਰਨ ਲਈ ਕਿਹਾ ਗਿਆ ਹੈ, ਉੱਤੇ ਹੀ ਅਗਲੇ ਹੁਕਮਾਂ ਤੱਕ ਖੇਤੀ ਕਾਨੂੰਨਾਂ ਤੇ ਰੋਕ ਲਗਾਈ ਗਈ ਹੈ ਅਤੇ ਇਸ ਮੁੱਦੇ ਦੇ ਹੱਲ ਲਈ ਸੁਪਰੀਮ ਕੋਰਟ ਨੇ 4 ਕਮੇਟੀ ਮੈਂਬਰਾਂ ਦਾ ਗਠਨ ਕੀਤਾ ਹੈ, ਜੋ ਕਿ ਇੱਕ ਰਿਪੋਰਟ ਬਣਾ ਕੇ ਸੁਪਰੀਮ ਕੋਰਟ ਵਿੱਚ ਪੇਸ਼ ਕਰਨਗੇ, ਜਿਸ ਤੋਂ ਬਾਅਦ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾਏਗੀ। ਫਿਲਹਾਲ ਸੁਪਰੀਮ ਕੋਰਟ ਵੱਲੋਂ ਇਨ੍ਹਾਂ 4 ਕਮੇਟੀ ਮੈਂਬਰਾਂ ਨੂੰ 60 ਦਿਨ ਦਾ ਸਮਾਂ ਦਿੱਤਾ ਗਿਆ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਿਸੇ ਨੂੰ ਵੀ ਸਿਫਾਰਿਸ਼ ਨਹੀਂ ਕੀਤੀ ਗਈ ਕਿ ਕੋਈ ਕਮੇਟੀ ਦਾ ਗਠਨ ਕੀਤਾ ਜਾਵੇ ਅਤੇ ਉਹਨਾਂ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਕਿਹਾ ਹੈ ਕਿ ਇਨ੍ਹਾਂ 4 ਕਮੇਟੀ ਮੈਂਬਰਾਂ ਦੇ ਅੱਗੇ ਪੇਸ਼ ਨਹੀਂ ਹੋਣਗੇ, ਕਿਉਂਕਿ ਇਹ ਚਾਰੇ ਕਮੇਟੀ ਮੈਂਬਰ ਕੇਂਦਰ ਸਰਕਾਰ ਦੇ ਆਪਣੇ ਨੇ। ਤੁਸੀਂ ਵੀ ਸੁਣੋ ਵੱਖ-ਵੱਖ ਕਿਸਾਨ ਆਗੂਆਂ ਦੇ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਦੇ ਬਿਆਨ। 8 लोगों के हमें इम्प्लीड करवा दिया, हम पेश हो गए, लेकिन पहले से ही हमने कह दिया कि हम ऐसी कमेटी के सामने नहीं जाएंगे। नहीं तो संदेश ठीक, लोगों में संदेश ठीक जाएगा, हाँ सरकार में संदेश गलत जाएगा। नहीं, मैं सौरभ जी बताऊंगा आपको। असल में दिक्कत ये है कि अगर हम उस चीज को मान लेते हैं तो ये 5 बॉर्डर 6 बॉर्डर के ऊपर जो लाखों लोग बैठे हैं ना, उसको गलत संदेश जाएगा, वो कंफ्यूज होंगे। इसलिए ये जो सरकार कर रही है, इसने इसलिए कर रही है ये या करवा रही है। सौरभ जी, उसमें जो प्रोसीडिंग में भी बात हुई है वो रिपील से बाहर अमेंडमेंट के रूप में हुई है। सवाल ये नहीं है हम रिपील मांग रहे हैं। सुप्रीम कोर्ट का कमेटी इन कानूनों में क्या खामी है उसके ऊपर बात करने के लिए बना है। हमने ये कमेटी नहीं मांगी है। सुप्रीम कोर्ट सुओ मोटो ले इसको रिपील कर सकता है, सुप्रीम कोर्ट इसको सुओ मोटो लेके रिपील कर सकता है। तो क्वेश्चन ये है, इसलिए हमने ये कमेटी मांगी नहीं है। हम गवर्नमेंट के साथ सीधा नेगोशिएट करके इसकी रिपील के लिए लड़ना चाहते हैं। ਬੂਟਾ ਸਿੰਘ ਬੁਰਜਗੱਲ, ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ। ਠੀਕ ਹੈ ਜੀ, ਕੀ ਲੱਗਦਾ ਕਿ ਨਵੀਂ ਕਮੇਟੀ ਐਕਸੈਪਟ ਕਿਉਂ ਨਹੀਂ ਕੀਤੀ ਜਾ ਰਹੀ? ਉਹਦੇ ਵਿੱਚ ਖਾਮੀ ਕੀ ਲੱਗਦੀ ਹੈ? ਦੇਖੋ ਅਸੀਂ ਇਹ ਡਿਮਾਂਡ ਹੀ ਨਹੀਂ ਕੀਤੀ, ਨਾ ਭਾਰਤ ਸਰਕਾਰ ਤੋਂ ਡਿਮਾਂਡ ਕੀਤੀ ਹੈ, ਨਾ ਅਸੀਂ ਸੁਪਰੀਮ ਕੋਰਟ ਤੋਂ ਡਿਮਾਂਡ ਕੀਤੀ ਹੈ ਕਿ ਕੋਈ ਕਮੇਟੀ ਬਣਾਈ ਜਾਵੇ। ਅਸੀਂ ਤਾਂ 1.5 ਮਹੀਨੇ ਤੋਂ ਇੱਥੇ ਬੈਠੇ ਹਾਂ। ਸਾਡੀ ਤਾਂ ਡਿਮਾਂਡ ਇਹ ਹੈ ਕਿ ਜਿਹੜੇ ਤਿੰਨੇ ਕਾਨੂੰਨ ਭਾਰਤ ਸਰਕਾਰ ਨੇ ਗਲਤ ਢੰਗ ਨਾਲ ਬਣਾਇਆ, ਇਹਨਾਂ ਨੂੰ ਰੱਦ ਕੀਤਾ ਜਾਵੇ। ਜੇ ਰਿਪੀਲ ਦੀ ਗੱਲ ਕਰਦੀ ਹੈ ਕਮੇਟੀ, ਫਿਰ ਤੁਸੀਂ ਐਕਸੈਪਟ ਕਰੋਗੇ? ਬਿਲਕੁਲ ਰਿਪੀਲ ਦੀ ਨਹੀਂ ਕਰਦੀ, ਅਮੈਂਡਮੈਂਟ ਦੀ ਕਰਦੀ ਹੈ। ਅੱਛਾ, ਕਮੇਟੀ ਜੇ ਕਮੇਟੀ ਜੇ ਸੁਪਰੀਮ ਕੋਰਟ ਜੇ ਰਿਪੀਲ ਦੀ ਗੱਲ ਕਰਦੀ ਹੈ ਤਾਂ ਰਿਪੀਲ ਦੀ ਗੱਲ ਇਹ ਵਿੱਚ ਜੇ ਉਹਦੇ ਆਰਡਰਾਂ ਤੇ ਲਿਖਿਆ ਹੁੰਦਾ ਕਿ ਰਿਪੀਲ ਕਰੂਗੀ, ਹੋ ਸਕਦਾ ਸੀ ਮੰਨ ਜਾਤੇ, ਪਰ ਬਿਲਕੁਲ ਨਹੀਂ। ਉਹਨਾਂ ਨੇ ਤਾਂ ਅਮੈਂਡਮੈਂਟ ਲਈ ਸਾਨੂੰ ਪਹਿਲਾਂ ਅਮੈਂਡਮੈਂਟਾਂ ਲਈ ਹੁਣ ਤੱਕ ਮਨਾਇਆ। ਹੁਣ ਸੁਪਰੀਮ ਕੋਰਟ ਨੇ ਕਹਿਤਾ ਕਿ ਕਮੇਟੀ ਬਣਾ ਲਓ। ਕਮੇਟੀ ਬਣਾਉਣ ਦਾ ਮਤਲਬ ਹੀ ਅਮੈਂਡਮੈਂਟਾਂ ਕਰਾਉਣਾ ਹੈ, ਇਸ ਕਰਕੇ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ। ਦੂਸਰੀ ਗੱਲ, ਜਿਹੜੇ ਵਿਅਕਤੀ ਆ ਚਾਰੇ
ਜਿਹੜੀ ਕਮੇਟੀ ਬਣਾਈ ਹੈ, ਚਾਰੇ ਹੀ ਕਾਨੂੰਨਾਂ ਦੇ ਪੱਖ ਦੇ ਵਿੱਚ ਤੁਸੀਂ ਵੱਡੇ ਵੱਡੇ ਉਹਨਾਂ ਦੇ ਆਰਟੀਕਲ ਪੜ੍ਹ ਸਕਦੇ ਹੋ, ਵੱਡੇ ਵੱਡੇ ਲੇਖ ਪੜ੍ਹ ਸਕਦੇ ਹੋ, ਹਿੰਦੀ 'ਚ, ਇੰਗਲਿਸ਼ ਦੇ ਵਿੱਚ, ਪੰਜਾਬੀ ਦੇ ਵਿੱਚ। ਜਿਹੜੇ ਲੋਕ ਹੁਣ ਤੱਕ ਉਹਦੀ ਪੈਰਵਾਈ ਕਰਦੇ ਰਹੇ ਆ ਕਿ ਕਾਨੂੰਨ ਕਿਸਾਨ ਪੱਖੀ ਹੈ, ਅਸੀਂ ਉਹਨਾਂ ਦੇ ਅੱਗੇ ਜਾ ਕੇ ਪੇਸ਼ ਕਿਉਂ ਹੋਈਏ? ਜੇ ਅਸੀਂ ਕਾਨੂੰਨ ਰੱਦ ਕਰਨ ਦੀ ਮੰਗ ਕਰਦੇ ਹਾਂ, ਉਹ ਵਕਾਲਤ ਕਰਦੇ ਕਿ ਕਾਨੂੰਨ ਬਹੁਤ ਵਧੀਆ। ਉਹ ਤਾਂ ਸਿੱਧਾ ਜਿਹਾ ਸਰਕਾਰੀ ਬੰਦੇ ਹੈਗੇ ਤੇ ਉਹਨਾਂ ਦੇ ਪੱਖ 'ਚ ਰਿਪੋਰਟ ਦੇਣਗੇ, ਬਿਲਕੁਲ ਨਹੀਂ ਜਾਵਾਂਗੇ। ਜੇ 26 ਜਨਵਰੀ ਨੂੰ ਲੈ ਕੇ ਇੱਕ ਬੜਾ ਚੱਲ ਰਿਹਾ ਕਿ ਕੀ ਮਾਹੌਲ ਹੋ ਸਕਦਾ, ਤੁਹਾਨੂੰ ਕੀ ਲੱਗਦਾ ਕਿ 26 ਜਨਵਰੀ ਨੂੰ ਕਿਸ ਤਰੀਕੇ ਦੀ ਗੱਲ ਹੋ ਸਕਦੀ ਹੈ? ਦੇਖੋ, ਅਸੀਂ 3.5 ਮਹੀਨੇ ਹੋ ਗਏ ਐਜੀਟੇਸ਼ਨ ਚੱਲਦੀ ਨੂੰ, ਸ਼ਾਂਤਮਈ ਰਹਿ ਕੇ ਐਜੀਟੇਸ਼ਨ ਕੀਤੀ ਹੈ। ਦਿੱਲੀ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਇੱਕ ਸਰਕਾਰੀ ਜਾਇਦਾਦ ਦਾ ਇੱਕ ਫੁੱਲ ਤੱਕ ਨਹੀਂ ਅਸੀਂ ਤੋੜਿਆ। ਸਭ ਦੇ ਸਾਹਮਣੇ ਆ, ਮੀਡੀਆ ਦੇ ਸਾਹਮਣੇ ਆ ਜਿਹੜੀ, ਤੇ ਪੀਸਫੁੱਲ ਰਹਿ ਕੇ ਹੀ ਚੱਲਾਂਗੇ। ਪਰ ਕੁਝ ਵਿਅਕਤੀ ਅਜਿਹੇ ਹੈ, ਕੁਝ ਤਾਂ ਸਰਕਾਰ ਘਸੋੜ ਦਿੰਦੀ ਹੈ ਵਿੱਚ, ਕੁਝ ਬਾਹਰੋਂ ਆ ਜਾਂਦੇ ਆ ਕਿ ਅਸਲ ਦੇ ਵਿੱਚ ਸਰਕਾਰ ਤਾਂ ਇਹ ਚਾਹੂਗੀ ਕਿ ਮਾਹੌਲ ਖਰਾਬ ਹੋਵੇ ਤੇ ਐਜੀਟੇਸ਼ਨ ਇਹ ਵਾਪਸ ਹੋਵੇ। ਤੇ ਕੁਝ ਵਿਅਕਤੀ ਜਿਹੇ ਚਾਹੁੰਗੇ, ਜਿਵੇਂ ਤੁਸੀਂ ਦੇਖੋ ਪਾਰਟੀਆਂ, ਬਹੁਤ ਪਾਰਟੀਆਂ ਪੰਜਾਬ ਦੇ ਬੀਆਂ, ਹਰਿਆਣੇ ਦੇ ਵਿੱਚ ਬੈਠੀਆਂ, ਯੂਪੀ ਦੇ ਵਿੱਚ ਬੈਠੀਆਂ। ਅੱਜ ਜਥੇਬੰਦੀਆਂ ਦਾ ਬੋਲਬਾਲਾ ਹੈ, ਜਥੇਬੰਦੀਆਂ ਦੀ ਜੈ ਜੈਕਾਰ ਹੋ ਰਹੀ ਹੈ। ਇਹ ਕਿਸੇ ਨੂੰ ਵੀ ਹਾਜ਼ਮੇ ਨਹੀਂ ਆਉਂਦਾ। ਉਹ ਸਾਰੇ ਹੀ ਚਾਹੁੰਗੇ ਕਿ 26 ਜਨਵਰੀ ਨੂੰ ਜਿਹੜਾ ਮਾਹੌਲ ਆ ਉਹ ਵਿਗੜੇ, ਖੂਨ ਖਰਾਬਾ ਹੋਵੇ। ਤੇ ਜੋ ਕਹਿੰਦੇ ਕਿ ਲਾਲ ਕਿਲੇ ਤੇ ਝੰਡਾ ਚੜਾ ਦਾਂਗੇ, ਪਾਰਲੀਮੈਂਟ ਵਿੱਚ ਵੜ ਜਾਾਂਗੇ, ਸਾਡੀ ਕੋਈ ਪਲੈਨਿੰਗ ਨਹੀਂ, ਕੋਈ ਐਸਾ ਪ੍ਰੋਗਰਾਮ ਨਹੀਂ, ਬਿਲਕੁਲ ਨਹੀਂ। ਪੀਸਫੁਲ ਰਹਿ ਕੇ ਅਸੀਂ ਮੰਗ ਜ਼ਰੂਰ ਕਰਦੇ ਕਿ ਸਾਡਾ ਜਮਹੂਰੀ ਹੱਕ ਆ, ਇਹ ਮੌਕਾ ਮੇਲ ਮਿਲਿਆ। ਪਰੇਡ ਦਾ ਰੂਪ ਕੀ, ਰੂਪ ਰੇਖਾ ਕੀ ਮੇਲ ਮਿਲਿਆ? ਦੇਖੋ, 26 ਜਨਵਰੀ ਨੂੰ ਅਸੀਂ ਦਿੱਲੀ ਦੇ ਵਿੱਚ ਬੈਠੇ ਹਾਂ। ਭਾਰਤ ਸਰਕਾਰ ਜੇ ਸੁਹਿਰਦ ਹੋਵੇ ਤਾਂ ਉਹ ਸਾਡੀ ਕਮੇਟੀ ਨੂੰ ਸੱਦਾ ਦੇਵੇ। ਚਲੋ ਇਹ ਤੈਅ ਹੋ ਜਾਊਗਾ ਵੀ ਕਿੰਨੇ ਲੋਕ ਆਉਣੇ। ਲਗਾਤਾਰ ਬਲਦੇਵ ਸਿੰਘ ਸਿਰਸਾ ਤੇ ਮੌਜੂਦ ਨੇ। ਸਿਰਸਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿ ਖਾਲਸਾ ਜੀ ਫਤਿਹ ਜੀ। ਲਾਈਵ ਇਸ ਟਾਈਮ ਤੁਸੀਂ ਜੁੜੇ ਹੋਏ ਹੋ, ਕਮੇਟੀ ਨੂੰ ਰਿਜੈਕਟ ਕਰ ਦਿੱਤਾ ਗਿਆ, ਕੀ ਐਸੇ ਵੱਡੇ ਕਾਰਨ ਦੇਖਦੇ ਹੋ ਕਿ ਉਹ ਕਮੇਟੀ ਨੂੰ ਐਕਸੈਪਟ ਨਹੀਂ ਕੀਤਾ ਜਾਣਾ? ਦੇਖੋ, ਅੱਜ ਤੱਕ ਜਿੰਨੀਆਂ ਵੀ ਕਮੇਟੀਆਂ ਬਣੀਆਂ ਨੇ, ਮੇਰੀ ਉਮਰ ਦੇ ਵਿੱਚ ਬਹੁਤ ਕਮੇਟੀਆਂ ਬਣੀਆਂ, ਬੜੇ ਮਸਲੇ ਸਾਡੇ ਸਾਹਮਣੇ ਆਏ ਤੇ ਕਮੇਟੀਆਂ ਬਣੀਆਂ। ਤੇ ਜਿਸ ਮੁੱਦੇ ਤੇ ਕੋਈ ਕਮੇਟੀ ਬਣਾਈ ਜਾਂਦੀ ਹੈ ਨਾ, ਸਮਝੋ ਉਹ ਮੁੱਦਾ ਖਤਮ, ਠੰਡੇ ਬਸਤੇ 'ਚ ਪੈ ਗਿਆ ਤੇ ਬਸ ਉਸ ਮੁੱਦਾ, ਉਹ ਜਿਹੜਾ ਮੁੱਦਾ ਖਤਮ ਹੋ ਜਾਂਦਾ। ਜਿਸ ਕਰਕੇ ਅਸੀਂ ਇਹ ਜਿਹੜੀ ਆ ਕਮੇਟੀ ਜਿਹੜੀ ਆ ਉਹ ਰੱਦ ਕੀਤੀ ਹੈ। ਹਾਂਜੀ। ਤੇ ਤੁਹਾਨੂੰ ਕੀ ਲੱਗਦਾ ਕਿ ਜੇ ਕਮੇਟੀ ਦੇ ਜੇ ਚਿਹਰੇ ਜੇ ਬਦਲ ਦਿੱਤੇ ਜਾਂਦੇ ਕਿ ਫਿਰ ਕਿਸਾਨ ਉਹਨੂੰ ਐਕਸੈਪਟ ਕਰ ਸਕਦੇ ਆ? ਕਮੇਟੀ ਤੋਂ ਉਮੀਦ ਕਿਉਂ ਨਹੀਂ ਲੱਗਦੀ? ਸਰਕਾਰ ਨਾਲ ਵੀ ਤਾਂ ਮੀਟਿੰਗਾਂ ਕਰ ਹੀ ਰਹੇ ਨਾ ਤੁਸੀਂ। ਨਹੀਂ, ਸਰਕਾਰ ਨੇ ਤੇ ਹੱਲ ਕੱਢਣਾ। ਕਮੇਟੀ ਕੋਲੇ ਕੀ ਹੈ? ਕਮੇਟੀ ਦਾ ਜਿਹੜੀ ਆ ਮੀਟਿੰਗਾਂ ਕਰੀ ਜੋ, ਕਮੇਟੀ ਕੋਲ ਕੋਈ ਪਾਵਰ ਤਾਂ ਨਹੀਂ, ਸਰਕਾਰ ਕੋਲ ਪਾਵਰ ਤਾਂ ਹੈ ਨਾ, ਸਰਕਾਰ ਨੇ ਮਸਲੇ ਹੱਲ ਕਰਨੇ ਆ ਨਾ। ਇਸ ਕਰਕੇ ਅਸੀਂ ਕਮੇਟੀ ਦੇ ਕੋਲ ਨਹੀਂ ਜਾਣਾ ਚਾਹੁੰਦੇ। ਕਮੇਟੀ ਕੀ ਰਿਪੋਰਟ ਦਿੰਦੀ ਆ, ਜਿਹਦੇ ਮੁੜ ਕੇ ਅੱਗੇ ਫੈਸਲਾ ਕੀ ਹੁੰਦਾ ਇਹਦਾ ਕੋਈ ਪਤਾ ਨਹੀਂ ਨਾ। ਇਸ ਕਰਕੇ ਅਸੀਂ ਸਰਕਾਰ ਨਾਲ ਜਦੋਂ ਸਾਡੀਆਂ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਤੇ ਫਿਰ ਅਸੀਂ ਕਮੇਟੀ ਕੋਲ ਕਿਉਂ ਜਾਈਏ? ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਹੁਣ ਰਾਜੇਵਾਲ ਸਾਹਿਬ ਨੇ ਦੱਸਿਆ, ਜੋ ਕਿਸਾਨ ਆਗੂ ਨੇ ਕਿਹਾ ਕਿ ਜਿਹੜੇ ਉਹ ਕਿਸਾਨ ਜਿਹੜੇ ਕਿ 4 ਜਿਹੜੇ ਲੋਕ ਪਾਏ ਗਏ ਨੇ, ਉਹ ਪੱਖ ਦੇ ਵਿੱਚ ਜਿਹੜਾ ਹੈਗਾ ਨਾ ਕਿ ਆਰਟੀਕਲ ਲਿਖਦੇ ਰਹੇ, ਯਾਨੀ ਕਿ ਉਹਨਾਂ ਤੋਂ ਕੋਈ ਬਹੁਤੀ ਉਮੀਦ ਨਹੀਂ ਲੱਗ ਰਹੀ। ਤੇ ਇਸ ਤਰੀਕੇ ਤੇ ਸੁਪਰੀਮ ਕੋਰਟ ਜਿਹੜੀ ਹੈਗੀ ਤੁਹਾਨੂੰ ਕੱਲ ਨੂੰ ਜਿਹੜਾ ਹੈਗਾ ਸੁਪਰੀਮ ਜਿਹੜਾ ਕਾਨੂੰਨ ਦੀ ਅਵਮਾਨਨਾ ਦਾ ਨੋਟਿਸ ਸਰਵ ਕਰ ਸਕਦੀ ਹੈ ਕਿ ਇੱਕ ਤੁਹਾਨੂੰ ਨਹੀਂ ਲੱਗਦਾ ਇੱਕ ਮੈਸੇਜ ਐਸਾ ਜਾਏਗਾ ਕਿ ਸੁਪਰੀਮ ਕੋਰਟ ਨੂੰ ਨਹੀਂ ਮੰਨ ਰਹੇ ਕਿਸਾਨ? ਕਿਉਂਕਿ ਸਰਕਾਰ ਤੋਂ ਵੀ ਵੱਡਾ ਸੁਪਰੀਮ ਕੋਰਟ ਨੂੰ ਮੰਨਿਆ ਜਾਂਦਾ ਇੱਕ ਟਾਈਮ ਤੇ, ਜਦੋਂ ਸਰਕਾਰ ਦੇ ਨਾਲ ਤੁਸੀਂ ਲੜਾਈ ਲੈ ਸਕਦੇ ਹੋ, ਪਰ ਕੋਰਟ ਨਾਲ ਤੁਸੀਂ ਲੜਾਈ, ਸੁਪਰੀਮ ਕੋਰਟ ਨੂੰ ਇੱਕ ਬੜਾ ਲੜਾਈ ਨਹੀਂ, ਕੋਰਟ ਨਾਲ ਅਸੀਂ ਲੜਾਈ ਨਹੀਂ ਲੜ ਰਹੇ, ਨਾ ਅਸੀਂ ਕੋਰਟ 'ਚ ਗਏ ਆ। ਕੋਰਟ ਜੇ ਅਸੀਂ ਜਾ ਕੇ ਕੋਈ ਕੋਰਟ ਕੋਲ ਜਾਂਦੇ ਤੇ ਉਹ ਕੋਰਟ ਦੇ ਫੈਸਲੇ ਨੂੰ ਨਾ ਮੰਨਦੇ, ਫਿਰ ਤਾਂ ਅਸੀਂ ਦੋਸ਼ੀ ਸਾਂ। ਅਸੀਂ ਤਾਂ ਸਰਕਾਰ ਨੂੰ ਪਹਿਲੇ ਦਿਨ ਤੋਂ ਕਹਿ ਰਹੇ ਕਿ ਅਸੀਂ ਸੁਪਰੀਮ ਕੋਰਟ 'ਚ ਨਹੀਂ ਜਾਣਾ। 8 ਤਰੀਕ ਨੂੰ ਸਾਨੂੰ ਉਹਨਾਂ ਕਿਹਾ ਵੀ ਤੁਸੀਂ ਸੁਪਰੀਮ ਕੋਰਟ ਤਰੀਕ ਲੱਗੀ ਹੋਈ 11 ਤਰੀਕ ਤੇ ਉਦੋਂ ਚੱਲੋ, ਤੇ ਅਸੀਂ ਜਵਾਬ ਦਿੱਤਾ ਸੀ ਕਿ ਅਸੀਂ ਨਹੀਂ ਜਾਣਾ ਸੁਪਰੀਮ ਕੋਰਟ 'ਚ। ਫੈਸਲਾ ਤਾਂ ਕਾਨੂੰਨ ਤੁਸੀਂ ਬਣਾਏ ਨੇ ਤੇ ਤੁਸੀਂ ਸਾਡੇ ਨਾਲ ਫੈਸਲਾ ਕਰੋ, ਅਸੀਂ ਕੋਰਟ ਕਿਉਂ ਜਾਈਏ? ਸੋ ਇਹ ਜਿਹੜਾ ਇਹ ਸਰਕਾਰ ਆਪਣੇ ਕੋਲੋਂ ਗਲਾਵਾਂ ਲਾ ਕੇ ਉਹ ਸੁਪਰੀਮ ਕੋਰਟ ਦੇ ਰਾਹੀਂ ਸਾਡੇ ਇਹ ਫਾਹ ਪਾਉਣਾ ਚਾਹੁੰਦੀ ਆ, ਲੇਕਿਨ ਅਸੀਂ ਉਸ ਗੱਲ ਨੂੰ ਜਿਸ ਕਰਕੇ ਪ੍ਰਬੰਧ। 26 ਜਨਵਰੀ ਦੇ ਪ੍ਰੋਗਰਾਮ ਦੇ ਬਾਰੇ ਕੀ ਹੈ, ਕੀ ਰੂਪ ਰੇਖਾ ਹੋ ਸਕਦੀ ਹੈ? ਕਿਉਂਕਿ ਹਰ ਥਾਂ ਤੇ ਇਹ ਗੱਲਾਂ ਇਹ ਚੱਲ ਰਹੀਆਂ ਕਿ ਸ਼ਾਇਦ ਉਦੋਂ ਲਾਲ ਕਿਲੇ ਤੇ ਜਾਇਆ ਜਾਏਗਾ, ਸ਼ਾਇਦ ਕਿਤੇ ਹੋਰ ਪਰੇਡ ਕੱਢੀ ਜਾਏਗੀ ਪੈਰਲਲ। ਇਹ ਬਿਲਕੁਲ ਗਲਤ ਹੈ। ਜੋ ਇਹ ਸਾਡੇ ਤੇ ਇਲਜ਼ਾਮ ਲੱਗ ਰਹੇ ਨੇ ਇਹ ਝੂਠੇ ਨੇ। ਨਾ ਅਸੀਂ ਕੋਈ ਲਾਲ ਕਿਲੇ ਤੇ ਜਾਣਾ, ਨਾ ਅਸੀਂ ਪਰੇਡ ਦੇ ਵਿੱਚ ਕੋਈ ਮਰਜ਼ੀ ਕਰਨੀ ਆ। ਅਸੀਂ ਤਾਂ ਸਿਰਫ ਜਿਹੜਾ 26 ਤਰੀਕ ਨੂੰ ਪੀਸਫੁਲ ਤਰੀਕੇ ਦੇ ਨਾਲ ਟਰੈਕਟਰ ਰੈਲੀ ਜਿਹੜੀ ਆ ਉਹ ਕੱਢਣੀ ਸੀ, ਤੇ ਜੇ ਉਹਦੇ ਤੇ ਜਿਹੜਾ ਉਹ ਕੱਢਣੀ ਆ, ਅਸੀਂ ਬਿਲਕੁਲ ਜਿਸ ਤਰ੍ਹਾਂ ਹੁਣ ਸਾਡਾ 13 ਤਰੀਕ ਨੂੰ ਬਿਲਕੁਲ ਹੁਣ ਤੱਕ ਵੇਖੋ ਤੁਸੀਂ ਪੀਸਫੁਲ ਅਸੀਂ ਸ਼ੁਰੂ ਕੀਤਾ, ਪੀਸਫੁਲ ਰਿਹਾ, ਅੱਗੇ ਵੀ ਸਾਡਾ ਪੀਸਫੁਲ ਰਹੇਗਾ। ਸਰਕਾਰ ਕੀ ਕਰਦੀ ਆ? ਸਰਕਾਰ ਝੂਠੇ ਤੇ ਸਾਡੇ ਤੇ ਹੁਣ ਤੱਕ ਬਹੁਤ ਸਾਰੇ ਐਲੀਗੇਸ਼ਨ ਲਾ ਚੁੱਕੀ ਆ, ਪਰ ਅਸੀਂ ਇਹ ਬਿਲਕੁਲ ਪੀਸਫੁਲ ਤਰੀਕੇ ਨਾਲ ਚਲਾਵਾਂਗੇ। ਜਮਿੰਦਰ ਪਟਿਆਲਾ ਜੀ, ਕੀ ਕਹਿਣਾ ਚਾਹੋਗੇ? ਲਗਾਤਾਰ ਤੁਸੀਂ ਜੁੜੇ ਹੋਏ ਹੋ, ਪ੍ਰੈਸ ਕਾਨਫਰੰਸ ਵੀ ਤੁਸੀਂ ਕੀਤੀ ਹੈ, ਨਵੀਂ ਕਮੇਟੀ ਤੋਂ ਇਤਰਾਜ਼ ਕਿਉਂ ਹੈ? ਦੇਖੋ, ਸੁਪਰੀਮ ਕੋਰਟ ਤੋਂ ਅਸੀਂ ਕਮੇਟੀ ਮੰਗੀ ਨਹੀਂ, ਅਸੀਂ ਪਾਰਟੀ ਨਹੀਂ ਸੀ ਉਸ ਦੇ ਵਿੱਚ, ਅਸੀਂ ਗਵਰਨਮੈਂਟ ਤੋਂ ਰਿਪੀਲ ਕਰਨ ਦੀ ਮੰਗ ਕਰ ਰਹੇ ਸੀ। ਕਮੇਟੀ ਗਵਰਨਮੈਂਟ ਪਹਿਲੇ ਤੋਂ ਬਣਾਉਣਾ ਚਾਹ ਰਹੀ ਹੈ। ਕਮੇਟੀ ਗਵਰਨਮੈਂਟ ਇਹ ਕਹਿ ਕੇ ਬਣਾਉਣਾ ਚਾਹ ਰਹੀ ਹੈ ਕਿ ਉਹ
ਇੱਕ ਵੱਡੇ ਕਿਸਾਨ ਸੰਗਠਨ ਦੇ ਅੰਦੋਲਨ ਨੂੰ ਛੋਟਾ ਕਰਕੇ ਦਿਖਾ ਸਕੇ। ਇਸ ਕਰਕੇ ਉਸਨੇ ਮਤਲਬ ਆਪਣੀ ਇਹ ਗੱਲ ਉਧਰ ਦੀ ਮਨਵਾਉਣ ਦੀ ਕੋਸ਼ਿਸ਼ ਕੀਤੀ ਆ, ਔਰ ਉਹ ਬਣਾ ਉਹਨਾਂ ਲੋਕਾਂ ਦੀ ਦਿੱਤੀ ਹੈ ਜਿਹੜੇ ਲੋਕ ਇਹਨਾਂ ਕਾਨੂੰਨਾਂ ਦੇ ਹੱਕ 'ਚ ਬੋਲਦੇ ਨੇ। ਪਰ ਕੱਲ ਦੀ ਜਿਹੜੀ ਮੈਂ ਪ੍ਰੋਸੀਡਿੰਗ ਜਿੰਨੀ ਕੁ ਅਸੀਂ ਦੇਖੀ ਹੈ, ਸਾਨੂੰ ਸਮਝ ਆਈ ਆ, ਤਾਂ ਉਹਦੇ ਵਿੱਚ ਵੀ ਉਹ ਦਾਇਰਾ ਉਹਦਾ ਜਿਹੜਾ ਉਹ ਰਿਪੀਲ ਦੀ ਬਜਾਏ ਕਲੌਜ਼ ਬਾਈ ਕਲੌਜ਼ ਉਹਦੇ 'ਚ ਗਲਤ ਕੀ ਹੈ ਉਹਦੇ ਉੱਪਰ ਹੈ, ਜਦੋਂ ਕਿ ਸਾਨੂੰ ਇਹ ਲੱਗਦਾ ਕਿ ਸਾਰਾ ਕੁਝ ਹੀ ਗਲਤ ਮਲਤ ਹੈ ਔਰ ਇਹਨਾਂ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਇੰਡੀਵਿਜੂਅਲ 4 ਨਾਮ ਜਿਹੜੇ ਦਿੱਤੇ ਗਏ ਨੇ, 4 ਨਾਮ, ਉਹਨਾਂ ਤੋਂ 4 ਨਾਮਾਂ ਤੋਂ ਇਤਰਾਜ਼ ਕਿਉਂ? ਇੰਡੀਵਿਜੂਅਲੀ ਤੁਸੀਂ ਜਾਣ ਇਹਨਾਂ ਕਾਨੂੰਨਾਂ ਦੇ ਹੱਕ 'ਚ ਬੋਲਦੇ ਰਹੇ ਨੇ, ਬੋਲਦੇ ਰਹੇ ਆ, ਉਹਨਾਂ ਦੇ ਅਖਬਾਰਾਂ 'ਚ ਆਰਟੀਕਲ ਆਏ ਨੇ, ਬਿਲਕੁਲ ਲੱਗਦੇ ਰਹੇ ਨੇ। ਅਸੀਂ ਤੁਹਾਨੂੰ ਛਾਇਆ ਹੋਇਆ ਰਿਪੋਰਟਾਂ ਦਿਖਾ। ਭਰੋਸਾ ਨਾ ਕਰਨ ਦਾ ਕਾਰਨ ਇਹੀ ਹੈ ਜੇ ਨਾਮ ਜੇ ਬਦਲ ਦਿੱਤੇ ਜਾਣ ਜਾਂ ਕੱਲ ਨੂੰ ਅਸੀਂ ਕਮੇਟੀ ਮੰਗੀ ਨਹੀਂ, ਅਸੀਂ ਸੁਪਰੀਮ ਕੋਰਟ ਨੂੰ, ਮਾਨਯੋਗ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਸੂ ਮੋਟੋ ਲੈ ਕੇ ਇਹਨਾਂ ਨੂੰ ਰਿਪੀਲ ਕਰ ਦੇਵੇ। ਠੀਕ ਹੈ, ਇਹਨਾਂ ਨੂੰ ਰਿਪੀਲ ਕਰ ਦੇਵੇ। ਜਗਜੀਤ ਸਿੰਘ ਦੱਲੇਵਾਲ ਸਾਹਿਬ ਮੌਜੂਦ ਨੇ। ਦੱਲੇਵਾਲ ਸਾਹਿਬ, ਕੀ ਕਹਿਣਾ ਚਾਹੋਗੇ? ਇਹ ਕਮੇਟੀ ਮਨਜ਼ੂਰ ਕਿਉਂ ਨਹੀਂ ਹੈ? ਕਿਉਂ ਇਤਰਾਜ਼ ਹੈ? ਜੇ ਚਿਹਰੇ ਬਦਲ ਦਿੱਤੇ ਜਾਣ ਫਿਰ ਐਕਸੈਪਟ ਕਰ ਸਕਦੇ ਹੋ? ਦੇਖੋ, ਜਿਸ ਨੀਅਤ ਦੇ ਨਾਲ ਕਾਨੂੰਨ ਬਣੇ ਉਸੇ ਨੀਅਤ ਦੇ ਨਾਲ ਕਮੇਟੀ ਬਣੀ, ਤਾਂ ਇੱਥੇ ਹੁਣ ਸਰਕਾਰ ਦੀ ਵੀ ਬਦ ਨੀਅਤ ਸਾਹਮਣੇ ਆ ਗਈ। ਹੁਣ ਇਦੋਂ ਗਾਹਾਂ ਕਿਸਾਨ ਮੈਨੂੰ ਲੱਗਦਾ ਕਮੇਟੀ ਨੂੰ ਐਕਸੈਪਟ ਹੀ ਨਹੀਂ ਕਰਨਗੇ। ਕੀ ਇਹ ਲੱਗਦਾ ਕਿ ਜੋ ਕੀਤੇ ਜਾ ਰਹੇ ਆ, ਤੁਹਾਨੂੰ ਲੱਗਦਾ ਹੋਲਡ ਨੂੰ ਆਪਣੀ ਜਿੱਤ ਮੰਨਦੇ ਹੋ ਜਾਂ ਨਹੀਂ? ਨਹੀਂ, ਇਹ ਟੈਂਪਰੇਰੀ ਹੋਲਡ ਨੇ। ਜਿੱਤਾਂ ਵਾਲੀਆਂ ਕਿਹੜੀਆਂ ਗੱਲਾਂ? ਇਹ ਤਾਂ ਹੋ ਸਕਦਾ ਸਾਨੂੰ ਮਤਲਬ ਟ੍ਰੈਪ 'ਚ ਫਸਾਉਣ ਦੀ ਗੱਲ ਹੋਵੇ, ਇਹ 'ਚ ਕੋਈ ਵੱਡੀ ਗੱਲ ਨਹੀਂ ਹੈ। ਤੁਹਾਨੂੰ ਲੱਗਦਾ ਕਿ ਇਹ ਸਰਕਾਰ ਸੁਪਰੀਮ ਕੋਰਟ ਰਾਹੀਂ ਅੰਦੋਲਨ ਨੂੰ ਠੱਲ ਪਾਉਣ ਵਾਸਤੇ ਜਾਂ ਵਾਪਸ ਭੇਜਣ ਵਾਸਤੇ? ਹਾਂ, ਕੋਸ਼ਿਸ਼ ਹੀ ਹੁੰਦੀ ਹੈ ਹਮੇਸ਼ਾ। ਸਰਕਾਰਾਂ ਮਤਲਬ ਦਾ ਪੇਚ ਖੇਡਦੀਆਂ ਹੁੰਦੀਆਂ, ਔਰ ਉਹ ਇਹ ਦਾ ਪੇਚ ਖੇਡਣ ਦਾ ਯਤਨ ਕੀਤਾ ਸਰਕਾਰ ਨੇ। ਲੇਕਿਨ ਕਿਸਾਨ ਆਪਦੀ ਜਿਹੜੀ ਲੜਾਈ ਹੈ, ਸ਼ਾਂਤਮਈ ਲੜਾਈ ਹੈ, ਜਿਹੜੀ ਇਹ ਸ਼ਾਂਤਮਈ ਲੜਾਈ ਲੜਦੇ ਹੋਏ ਨੂੰ ਜਿੱਤਣ ਦਾ ਤਹਈਆ ਕਰਕੇ ਆਏ ਨੇ, ਜਿੱਤਣਗੇ। ਕਿਸਾਨ ਪਰੇਡ ਦੀ ਬੜੀ ਤਿਆਰੀਆਂ ਕੀਤੀ ਗਈ ਸੀ ਕਿ 7 ਜਨਵਰੀ ਨੂੰ ਵੱਡੀ ਉਹਦੀ ਪ੍ਰੈਕਟਿਸ ਵੀ ਹੋਈ, ਰਿਹਰਸਲ ਵੀ ਹੋਈ, ਤੇ ਉਹ ਕਿਸਾਨ ਪਰੇਡ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ, ਇਹ ਇੱਕ ਵੱਡਾ ਸਵਾਲ ਹੈ। ਨਹੀਂ, ਕਿਸਾਨ ਪਰੇਡ ਦਾ ਪ੍ਰੋਗਰਾਮ ਜਿਹੜਾ ਦਿੱਤਾ ਜਾ ਚੁੱਕਿਆ ਹੋਏਗੀ, ਔਰ ਹਰ ਹਾਲ 'ਚ ਹੋਏਗੀ। ਰੂਪ ਰੇਖਾ ਉਹਦੀ ਮਤਲਬ 15 ਤੋਂ ਬਾਅਦ ਤੈਅ ਕਰਾਂਗੇ, ਸਾਰੀ ਲੋਕਾਂ ਨੂੰ ਦੱਸਾਂਗੇ, ਤੁਹਾਨੂੰ ਵੀ ਪਤਾ ਲੱਗੇਗਾ ਕਿਸ ਤਰ੍ਹਾਂ ਦੀ ਰੂਪ ਸਾਡੀ ਉਹ ਪਰੇਡ ਹੋਣੀ ਹੈ, ਔਰ ਪੂਰੀ ਤਰ੍ਹਾਂ ਪੀਸਫੁਲੀ ਪਰੇਡ ਹੋਏਗੀ, ਸ਼ਾਂਤੀਪੂਰਵਕ ਪਰੇਡ ਹੋਏਗੀ। ਕੱਲ ਤੁਹਾਡੇ ਵੱਲੋਂ ਇੱਕ ਖਾਸ ਅਪੀਲ ਕੀਤੀ ਗਈ ਸੀ, ਜਿਹੜੇ ਕਿਸਾਨ ਖੁਦਕੁਸ਼ੀ ਕਰ ਰਹੇ ਨੇ, ਇੱਕ ਨਵਾਂ ਨਾਰਾ ਵੀ ਦਿੱਤਾ ਗਿਆ, ਉਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਖੁਦਕੁਸ਼ੀਆਂ ਦੇ ਮਾਮਲੇ 'ਚ ਤਾਂ ਅਸੀਂ ਬੜੇ ਚਿੰਤਤ ਹਾਂ। ਸਾਡੇ ਨੌਜਵਾਨ, ਸਾਡੇ ਬਜ਼ੁਰਗ ਜਿਹੜੇ ਅਜਿਹੇ ਸਟੈਪ ਚੱਕ ਰਹੇ ਨੇ, ਉਹਨਾਂ ਨੂੰ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਇਹ ਕਹਾਂਗੇ ਕਿ ਬੜੀ ਦੁਖਦਾਈ ਤੇ ਮੰਦਭਾਗੀ ਘਟਨਾਵਾਂ ਹੁੰਦੀਆਂ ਇਹ, ਕਿ ਕਿਸੇ ਵਿਅਕਤੀ ਦੇ ਚਲੇ ਜਾਣਾ, ਉਹ ਭਾਵਕ ਹੋ ਕੇ ਉਹਨੇ ਤਾਂ ਇਹ ਸਟੈਪ ਚੱਕ ਲਿਆ, ਲੇਕਿਨ ਉਹਦੇ ਪਰਿਵਾਰ ਨਾਲ ਕੀ ਵਾਪਰੇਗੀ, ਹੁਣ ਉਹਦੇ ਬੱਚਿਆਂ ਨੇ ਇਸ ਤੋਂ ਬਾਅਦ ਕੀ ਵਾਪਰੇਗੀ, ਇਹ ਬੜਾ ਸੀਰੀਅਸ ਗੱਲ ਹੈ। ਅਸੀਂ ਅਪੀਲ ਕੀਤੀ, ਅੱਜ ਫਿਰ ਮੈਂ ਤਾਂ ਸਟੇਜ ਤੋਂ ਅਪੀਲ ਕਰਕੇ ਆਇਆ ਕਿ ਬਿਲਕੁਲ ਅਜਿਹਾ ਸਟੈਪ ਕੋਈ ਨਾ ਚੱਕੇ, ਸ਼ਾਂਤ ਰਹੋ। ਇਹ ਲੜਾਈਆਂ ਜਿਹੜੀਆਂ, ਲੜਾਈ ਨੂੰ ਸਮਝਣ ਦੀ ਲੋੜ ਹੈ। ਲੋਕਾਂ ਦੇ ਮਨ 'ਚ ਇਹ ਆ ਚੁੱਕੀ ਹੈ ਵੀ ਸਰਕਾਰ ਇੰਨਾ ਚਿਰ ਹੋ ਗਿਆ ਲੋਕਾਂ ਦੀ, ਕਿਸਾਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ, ਔਰ ਅਸੀਂ ਇਹ ਕਹਿ ਰਹੇ ਹਾਂ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਲੜਾਈਆਂ, ਅੰਦੋਲਨ ਆ ਜਿਹੜੇ, ਇਹ ਸਾਲਾਂ ਬੱਧੀ ਚੱਲ ਸਕਦੇ ਹੁੰਦੇ ਆ। ਇਹਨੂੰ ਕੋਈ ਇਹ ਨਾ ਸੋਚੋ ਕਿ ਵੀ ਮਹੀਨੇ, ਡੂਢ ਮਹੀਨੇ, 2 ਮਹੀਨਿਆਂ ਦੇ ਵਿੱਚ ਅੰਦੋਲਨ ਜਿੱਤ ਲਾਂਗੇ ਆਪਾਂ। ਇਹ ਤਾਂ ਸਾਲਾਂ ਬੱਧੀ ਚੱਲਣਾ ਹੈ। ਸਾਲਾਂ ਬੱਧੀ ਲੜਾਈ ਨੂੰ ਲੜਨ ਵਾਸਤੇ ਸਾਨੂੰ ਤਿਆਰ ਹੋਣਾ ਪੈਣਾ, ਤੇ ਤੁਸੀਂ ਕਿਸੇ ਵੀ ਕਿਸਾਨ ਨੂੰ ਇਹ ਅਜਿਹਾ ਸਟੈਪ ਨਹੀਂ ਚੱਕਣਾ ਚਾਹੀਦਾ। ਇਹ ਸਾਡੀ ਉਹਦੇ 'ਚ ਇਹ ਗੱਲ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਗਜੀਤ ਸਿੰਘ ਦੱਲੇਵਾਲ ਇੱਥੇ ਮੌਜੂਦ ਸੀਗੇ। ਡਾਕਟਰ ਦਰਸ਼ਨਪਾਲ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਕੀ ਲੱਗਦਾ ਹੈ ਕਿ ਇਸ ਕਮੇਟੀ ਤੋਂ ਇਤਰਾਜ਼ ਹੋ ਰਿਹਾ, ਜੇ ਚਿਹਰੇ ਬਦਲ ਦਿੱਤੇ ਜਾਣਗੇ ਤੇ ਕੀ ਕਿਸਾਨ ਆਗੂ ਜਿਹੜੇ ਹੈਗੇ ਉਸ ਨੂੰ ਐਕਸੈਪਟ ਕਰਨਗੇ? ਨਹੀਂ, ਕਿਉਂ ਕਰਾਂਗੇ ਜਦੋਂ ਅਸੀਂ ਕਮੇਟੀ ਦੇ ਕਨਸੈਪਟ ਨਾਲ ਹੀ ਨਹੀਂ ਸਹਿਮਤ ਹੈਗੇ। ਕਮੇਟੀ ਇਟਸੈਲਫ, ਕਮੇਟੀ ਆਪ ਹੀ ਇੱਕ ਐਸਾ ਇੰਸਟਰੂਮੈਂਟ ਹੈ ਜਿਹੜਾ ਸਾਡੇ ਸੰਘਰਸ਼ ਦੇ ਵਿੱਚ ਡਿਲੇਇੰਗ ਟੈਕਟਿਸ ਹੈ, ਡਾਇਵਰਸ਼ਨਰੀ ਹੈ, ਡੈਵੀਏਸ਼ਨਰੀ ਹੈ। ਇਸ ਕਰਕੇ ਅਸੀਂ ਇਸ ਸੰਘਰਸ਼ ਦੇ ਵਿੱਚ ਕਮੇਟੀ ਦੇ ਬਣਨ ਨੂੰ ਨਹੀਂ ਬਲਕਿ ਸਹਿਮਤੀ ਦਿੱਤੀ। ਇਸ ਕਰਕੇ ਕਮੇਟੀ ਦੇ ਸਾਹਮਣੇ ਅਸੀਂ ਪੇਸ਼ ਨਹੀਂ ਹੋਵਾਂਗੇ। ਤੇ ਤੁਹਾਨੂੰ ਕੀ ਲੱਗਦਾ ਕਿ ਜੇ ਕਮੇਟੀ ਦੇ ਅੱਗੇ ਨਹੀਂ ਪੇਸ਼ ਹੁੰਦੇ ਤੇ ਤੁਹਾਡੇ ਉੱਪਰ ਸੁਪਰੀਮ ਕੋਰਟ ਦੀ ਅਵਹੇਲਨਾ ਦਾ, ਮਾਨਨਾ ਦੇ ਨੋਟਿਸ ਵੀ ਤੁਹਾਨੂੰ ਸਰਵ ਹੋ ਸਕਦੇ, ਕਿਉਂਕਿ ਇੱਕ ਪਾਸੇ ਸਰਕਾਰ ਨਾਲ ਤਾਂ ਮੀਟਿੰਗ ਕਰ ਰਹੇ ਕਿਸਾਨ ਆਗੂ, ਤੇ ਸੁਪਰੀਮ ਕੋਰਟ ਦੀ ਕਮੇਟੀ ਨਾਲ ਇਤਰਾਜ਼ ਕਿਉਂ ਦਰਜ ਹੋ ਰਿਹਾ? ਸਰਕਾਰ ਇੱਕ ਅੱਡ ਚੀਜ਼ ਹੈ, ਸੁਪਰੀਮ ਕੋਰਟ ਦੀ ਕਮੇਟੀ ਇੱਕ ਅੱਡ ਚੀਜ਼ ਹੈ। ਸੋ ਇਸ ਕਰਕੇ ਸਾਨੂੰ ਇਹ ਲੱਗਦਾ ਕਿ ਇਹ ਸਾਡਾ ਇਹ ਫੈਸਲਾ ਜਿਹੜਾ ਬਿਲਕੁਲ ਠੀਕ ਹੈ। ਸਰਕਾਰ ਇੱਕ ਕਮੇਟੀ ਨਹੀਂ ਹੈ, ਸਰਕਾਰ ਹੈ। ਇਹ ਸੁਪਰੀਮ ਕੋਰਟ ਵੱਲੋਂ ਇੱਕ ਅਨਾਉਂਸ ਕੀਤੀ ਕਮੇਟੀ ਹੈ। ਜਿਹੜੇ 4 ਨਾਮ ਨੇ ਉਹਦੇ ਵਿੱਚ ਇੱਕ ਪੰਜਾਬ ਜਿਹੜਾ ਹੈਗਾ, ਇੱਕ ਨਾਮ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਾ ਵੀ ਦਿੱਤਾ ਗਿਆ ਹੈਗਾ।
ਜਿਹੜੇ 4 ਨਾਮ ਜਿਹੜੇ ਦਿੱਤੇ ਗਏ ਨੇ, ਜਿਹੜਾ ਉਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਪ੍ਰੈਜ਼ੀਡੈਂਟ ਦੱਸੇ ਜਾ ਰਹੇ। ਮੈਂ ਨਾਂ ਤੁਹਾਨੂੰ ਸੁਣਾ ਦਿੰਦਾ ਜਿਹੜੇ ਨਾਂ ਉਸ ਦੇ ਵਿੱਚ। ਹਾਂਜੀ, ਭਾਰਤੀ ਕਿਸਾਨ ਯੂਨੀਅਨ ਦਾ ਨਹੀਂ, ਉਹ ਮਹਾਰਾਸ਼ਟਰ ਵਾਲੇ, ਉਸ ਦਾ ਕੀ ਨਾਮ ਹੈ? ਅੱਛਾ, ਭੁਪਿੰਦਰ ਸਿੰਘ ਮਾਨ ਦਾ। ਭੁਪਿੰਦਰ ਸਿੰਘ ਮਾਨ। ਹਾਂ, ਇਹ ਭੁਪਿੰਦਰ ਸਿੰਘ ਮਾਨ ਤਾਂ ਪਹਿਲਾਂ ਹੀ ਸਰਕਾਰ ਨੂੰ ਅਰਜੀ ਦੇ ਚੁੱਕੇ ਨੇ ਵੀ ਕਾਨੂੰਨ ਲਾਗੂ ਕਰੋ ਜਲਦੀ। ਠੀਕ ਹੈ। ਇਸ ਕਰਕੇ ਇਹ ਤਾਂ ਜਿਹੜੀਆਂ ਸੰਸਥਾਵਾਂ ਦੇ ਲੋਕ ਨੇ, ਬੁੱਧੀਜੀਵੀ ਨੇ, ਇਹਨਾਂ ਨੇ ਬਹੁਤ ਵਾਰੀ ਕਾਨੂੰਨਾਂ ਦੇ ਹੱਕ 'ਚ ਲਿਖ ਚੁੱਕਿਆ। ਕਾਨੂੰਨ ਹੱਕ 'ਚ ਲਿਖ ਹੀ ਨਹੀਂ ਚੁੱਕੇ, ਕਾਨੂੰਨ ਬਣਵਾਉਣ ਵਾਲਿਆਂ 'ਚ ਨੇ। ਹੋਲਡ ਜੇ ਹੁੰਦੇ ਆ ਤੇ ਹੋਲਡ ਇੱਕ ਪ੍ਰਾਪਤੀ ਨਹੀਂ ਮੰਨੀ ਜਾਂਦੀ। ਹਾਂ, ਇਹ ਪ੍ਰਾਪਤੀ ਹੈ, ਲੇਕਿਨ ਇਹ ਟੈਂਪਰੇਰੀ ਪ੍ਰਾਪਤੀ ਹੈ, ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਹੈ, ਕਿਉਂਕਿ ਅਸੀਂ ਤਾਂ ਰਿਪੀਲ ਕਰਾਉਣਾ ਚਾਹੁੰਦੇ ਸੀ। ਹੋਲਡ ਕੀਤੇ ਨੇ ਕੁਛ ਦੇਰ ਲਈ, ਟੈਂਪਰੇਰੀ ਕੀਤੇ ਨੇ, ਕੱਲੀ ਇੰਪਲੀਮੈਂਟੇਸ਼ਨ ਕੀਤੀ ਹੈ, ਇਸ ਕਰਕੇ ਛੋਟੀ ਪ੍ਰਾਪਤੀ ਹੈ ਇਹ। ਲੇਕਿਨ ਸਰਕਾਰ ਨੂੰ ਜ਼ਰੂਰ ਇਸ ਗੱਲ ਦਾ ਇੱਕ ਸੁਪਰੀਮ ਕੋਰਟ ਨੇ ਝਟਕਾ ਦਿੱਤਾ ਹੈ, ਔਰ ਇਹ ਇੰਪਲੀਮੈਂਟੇਸ਼ਨ ਰੋਕਣਾ ਵੀ ਆਪਣੇ ਆਪ 'ਚ ਇੱਕ ਪ੍ਰਾਪਤੀ ਹੈ। 8 ਜਥੇਬੰਦੀਆਂ ਦੇ ਨਾਂ ਪਾਏ ਗਏ ਸੀਗੇ ਪਹਿਲੇ, ਜਿਹੜੀ ਕਮੇਟੀ ਸੀਗੀ ਪ੍ਰਪੋਜ਼ ਕੀਤੇ ਗਏ ਸੀਗੇ। ਤੁਹਾਨੂੰ ਜਿਹੜਾ ਹੈਗਾ ਤੁਹਾਡਾ ਵੀ ਸ਼ਾਇਦ ਉਹਦੇ ਵਿੱਚ ਨਾਮ ਸੀਗਾ, ਕੋਆਰਡੀਨੇਟ ਕਰਨ ਦੀ ਕੋਸ਼ਿਸ਼ ਹੋ ਰਹੀ ਸੀਗੀ। 10 ਦਿਨਾਂ ਸਰਕਾਰ ਕਹਿ ਰਹੀ ਹੈ ਕਿ ਉਹ ਕਮੇਟੀ ਸ਼ਾਇਦ ਤੁਹਾਨੂੰ ਮਿਲਣ ਆਏਗੀ, ਤੇ ਜੇ ਇੱਥੇ ਉਹ ਮਿਲਣ ਆਉਂਦੀ ਹੈ, ਗੱਲਬਾਤ ਕੀਤੀ ਜਾਏਗੀ ਜਾਂ ਨਹੀਂ, ਵੈਲਕਮ ਕੀਤਾ ਜਾਏਗਾ, ਗੱਲਬਾਤ ਹੋਏਗੀ ਜਾਂ ਕਿ ਨਹੀਂ? ਅਸੀਂ ਆਫੀਸ਼ੀਅਲੀ ਗੱਲਬਾਤ ਕੋਈ ਨਹੀਂ ਕਰਾਂਗੇ, ਕਿਉਂਕਿ ਸਾਡੀ ਮੈਂ ਕਹਿ ਰਿਹਾ, ਸਾਡੀ ਜਿਹੜੀ ਸੰਘਰਸ਼ ਦੀ ਜਿਹੜੀ ਹੋਇਆ ਉਹਦੇ ਵਿੱਚ ਇੱਕ ਡਿਲੂਸ਼ਨਰੀ ਹੋਊਗੀ ਤੇ ਡਿਲੇਇੰਗ ਹੋਊਗੀ। ਸਾਨੂੰ ਇਹਦੇ 'ਚ ਕੋਈ ਨਿਕਲਦਾ ਨਹੀਂ ਲੱਗਦਾ, ਲੱਗਦਾ ਨਹੀਂ, ਨਿਕਲਣਾ ਹੀ ਨਹੀਂ ਹੈ। ਬਲਕਿ ਲੋਕਾਂ ਦਾ ਜਿਹੜੀ ਯੂਨਿਟੀ ਤੇ ਇਕਜੁੱਟਤਾ ਜਿਹੜੀ ਉਹਦੇ 'ਚ ਫਰਕ ਪਊਗਾ, ਗੁੱਸੇ 'ਚ ਫਰਕ ਪਊਗਾ। ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਇਸ ਨੂੰ ਵਧਾਇਆ ਜਾਵੇ। 26 ਜਨਵਰੀ ਦੀ ਤਰੀਕ ਆਖਰੀ ਹੋ ਸਕਦੀ ਹੈ ਜਾਂ ਉਸ ਤੋਂ ਬਾਅਦ ਵੀ ਲੰਬਾ ਜਾ ਸਕਦਾ? ਲੰਬਾ ਸੰਘਰਸ਼ ਹੋਊਗਾ। 26 ਜਨਵਰੀ ਦਾ ਪੜਾਅ ਤਾਂ ਇੱਕ ਪੜਾਅ ਹੈ, ਉਸ ਤੋਂ ਪਹਿਲਾਂ ਸਾਡੇ ਕਿੰਨੇ ਸੰਘਰਸ਼ ਨੇ, ਇਸ ਕਰਕੇ 26 ਜਨਵਰੀ ਤੋਂ ਬਾਅਦ ਇਸ ਤੋਂ ਲੰਬਾ ਸੰਘਰਸ਼ ਹੋਣਾ ਸਾਡਾ ਹੈ। ਕਈ ਵਾਰੀ ਸਵਾਲ ਹੈ ਹੋ ਰਿਹਾ ਕਿ ਜਿਸ ਤਰੀਕੇ ਪਿਛਲੇ ਸਾਲ ਵੀ ਇੱਕ ਸੀਏ ਦੇ ਖਿਲਾਫ ਇੱਕ ਅੰਦੋਲਨ ਚੱਲਿਆ ਸੀਗਾ, 3-4 ਮਹੀਨੇ ਬਾਅਦ ਸਰਕਾਰ ਨੇ ਕਰੋਨਾ ਵਾਇਰਸ ਨੂੰ ਲੈ ਕੇ ਉਹਨੂੰ ਠੱਲ ਪਾ ਦਿੱਤਾ ਸੀਗਾ, ਕਿ ਤੁਹਾਨੂੰ ਲੱਗਦਾ ਕਿ ਸੁਪਰੀਮ ਕੋਰਟ ਦੇ ਰਾਹੀਂ ਜਾਂ ਕਿਸੇ ਹੋਰ ਤਰੀਕੇ ਰਾਹੀਂ ਇਹ ਜੋ ਇੱਕ ਵੱਡਾ ਐਜੀਟੇਸ਼ਨ ਜੋ ਚੱਲਦੀ ਪਈ ਹੈ, ਇਸ ਨੂੰ ਵੀ ਟਾਰਪੀਡੋ ਕਰਨ ਦੀ ਕੋਈ ਵੱਡੀ ਪਲੈਨਿੰਗ ਹੋ ਸਕਦੀ ਹੈ? ਨਹੀਂ, ਵੱਡੀ ਪਲੈਨਿੰਗ ਤਾਂ ਫਿਰ ਰਿਪਰੈਸ਼ਨ ਹੀ ਹੋਊਗਾ। ਹੁਣ ਸੁਪਰੀਮ ਕੋਰਟ ਤਾਂ ਵਰਤ ਲਿਆ, ਸੁਪਰੀਮ ਕੋਰਟ ਦੇ ਨਾਲ ਆ ਹੋ ਗਿਆ। ਹੁਣ ਸੁਪਰੀਮ ਕੋਰਟ ਨੇ ਸਾਨੂੰ ਉਠਾਇਆ ਨਹੀਂ ਹੈ, ਹੁਣ ਉਹ ਯਾਨੀ ਕੋਈ ਇਸ ਕਿਸਮ ਦਾ ਹੀ ਕਰ ਸਕਦੇ ਨੇ ਵੀ ਅਸੀਂ ਕੋਈ ਇਹਨਾਂ ਨੂੰ ਉਠਾ ਦਈਏ। ਉਠਾਉਣ ਤੇ ਸੁਪਰੀਮ ਕੋਰਟ ਨੂੰ ਦੁਬਾਰੇ ਰਿਕੁਐਸਟ ਕਰ ਲੈਣ, ਲੇਕਿਨ ਸੁਪਰੀਮ ਕੋਰਟ ਨੇ ਉਹਨਾਂ ਦੀ ਗੱਲ ਮੰਨੀ ਨਹੀਂ। ਹੁਣ ਲੰਬਾ ਸਾਡਾ ਪੀਸਫੁਲ ਅੰਦੋਲਨ ਜਦ ਤੱਕ ਚੱਲਦਾ ਰਹੂਗਾ, ਦੇਖਦੇ ਇਹਨੂੰ ਹੋਰ ਤੇਜ਼ ਤੇ ਵਿਸ਼ਾਲ ਕਿਵੇਂ ਕਰਨਾ। ਠੀਕ ਹੈ, ਆਖਰੀ ਇਹ ਸਵਾਲ ਹੈਗਾ, ਤੁਹਾਨੂੰ ਕੀ ਲੱਗਦਾ ਅਗਲੀ ਰਣਨੀਤੀ ਕਿਸ ਤਰੀਕੇ ਦੀ ਹੋ ਸਕਦੀ ਹੈ? 15 ਨੂੰ ਮੀਟਿੰਗ ਹੈ, ਕੀ ਮਾਹੌਲ ਹੋਏਗਾ ਉਸ ਦੇ ਵਿੱਚ? ਸਰਕਾਰ ਤੁਹਾਡੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਮਾਮਲਾ ਹੁਣ ਸੁਪਰੀਮ ਕੋਰਟ ਦੇ ਵਿੱਚੋਂ ਵੀ ਫੈਸਲੇ ਦਾ ਆ ਗਿਆ। ਦੇਖੋ, 15 ਨੂੰ ਵੀ ਅਸੀਂ ਉਹਨਾਂ ਦੀ ਮੀਟਿੰਗ ਤੇ ਜਾਵਾਂਗੇ, ਨੰਬਰ 1। ਨੰਬਰ 2, ਆਪਣੇ ਅੰਦੋਲਨ ਨੂੰ ਹੋਰ ਅਸੀਂ ਵਿਸ਼ਾਲ ਕਰਾਂਗੇ, ਹੋਰ ਇਹ ਵੱਡੇ ਪੱਧਰ ਤੇ ਲੋਕਾਂ ਦੀ ਸ਼ਿਰਕਤ ਕਰਾਵਾਂਗੇ। ਇਹੀ ਸਾਡਾ ਪੀਸਫੁਲ ਰਹਿਣਾ ਤੇ ਵੱਧ ਤੋਂ ਵੱਧ ਲੋਕਾਂ ਦਾ ਆਉਣਾ, ਇਹੀ ਸਾਡਾ ਇੱਕ ਜਾਦੂਮਈ ਹਥਿਆਰ ਹੈ ਸਾਡਾ, ਜਿਹਦੇ ਨਾਲ ਸਰਕਾਰ ਤੇ ਦਬਾਅ ਵੱਧ ਤੋਂ ਵੱਧ ਵਧੂ। ਪ੍ਰੇਮ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਕੀ ਕਹਿਣਾ ਚਾਹੋਗੇ? ਹੋਲਡ ਕੀਤੇ ਜਾ ਰਹੇ ਹੈ, ਕੀ ਹੋਲਡ ਨੂੰ ਇੱਕ ਵੱਡੀ ਤੁਸੀਂ ਇੱਕ ਪ੍ਰਾਪਤੀ ਮੰਨਦੇ ਹੋ? ਹੋਲਡ ਨਾਲ ਸੋਲੂਸ਼ਨ ਨਿਕਲ ਸਕਦਾ ਜਾਂ ਨਹੀਂ? ਦੇਖੋ, ਹੋਲਡ ਦਾ ਇੱਕ ਇੰਟਰਮ ਰਿਲੀਫ ਹੈ, ਇੰਟਰਮ ਰਿਲੀਫ ਹੈ, ਫਾਈਨਲ ਰਿਲੀਫ ਤਾਂ ਹੈ ਨਹੀਂ। ਕਿਸੇ ਬਾਅਦ ਚੋਂ ਵਾਪਸ ਆ ਸਕਦੇ, ਕਿਸੇ ਕੇਸ ਦੀ ਮੈਰਿਟ ਹੁੰਦੀ ਹੈ। ਦੇਖੋ, ਜੇ ਮੈਰਿਟ ਹੁੰਦੀ ਹੈ ਤਾਂ ਕੋਈ ਵੀ ਕੋਰਟ ਉਸ ਦੇ ਵਿੱਚ ਤੁਹਾਨੂੰ ਇੰਟਰਮ ਰਿਲੀਫ, ਅੰਤਰਿਮ ਰਿਲੀਫ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਸਟੇ ਕਰ ਦਿੰਦੀ ਹੈ, ਕੇਸ ਦੀ ਸੁਣਵਾਈ ਸ਼ੁਰੂ ਕਰ ਦਿੰਦੀ ਹੈ। ਇਸ ਲਈ ਇੰਟਰਮ ਰਿਲੀਫ ਹੈ। ਇੰਟਰਮ ਰਿਲੀਫ ਦਾ ਮਾਇਨਾ ਇਹ ਹੈ ਵੀ ਘੱਟੋ ਘੱਟ ਸਾਡਾ ਜਿਹੜਾ ਕੇਸ ਸੀ ਉਹਨੂੰ ਸੁਪਰੀਮ ਕੋਰਟ ਨੇ ਮੰਨਿਆ ਤਾਂ ਸੀ ਵੀ ਕੇਸ ਚੰਗਾ ਹੈ ਇਹਨਾਂ ਦਾ, ਇਸ ਲਈ ਸਾਨੂੰ ਸਟੇ ਦੇਤੀ। ਪਰ ਸਾਡੀ ਲੜਾਈ ਦਾ ਰਿਪੀਲ ਕਰਨ ਤੱਕ ਹੈ ਨਾ, ਰੱਦ ਕਰਨ ਤੱਕ ਹੈ। ਇਸ ਲਈ ਮਾਨਯੋਗ ਸੁਪਰੀਮ ਕੋਰਟ ਨੇ ਜੇ ਇੰਨਾ ਕੀਤਾ ਤਾਂ ਉਹ ਰੱਦ ਕਰਨ ਵਾਲੇ ਸੀ ਉਹਦੇ ਰੱਦ ਹੀ ਕਰ ਦੇਣ। ਸੂਮੋਟੋ ਉਹਨਾਂ ਦਾ ਬੜੇ ਅਧਿਕਾਰ ਨੇ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਨਾ ਸਾਨੂੰ ਕੋਈ ਅਰਜੀ ਦੇਣ ਦੀ ਲੋੜ, ਨਾ ਪਟੀਸ਼ਨ ਦਾਇਰ ਕਰਨ ਦੀ ਲੋੜ। ਉਹ ਤਾਂ ਇਹਨਾਂ ਨੂੰ ਆਪ ਹੀ ਸੂਮੋਟੋ ਜਿਹਨੂੰ ਕਹਿੰਦੇ ਰੱਦ ਕਰ ਸਕਦੇ ਨੇ, ਜਾਂ ਸਰਕਾਰ ਨੂੰ ਡਾਇਰੈਕਸ਼ਨ ਦੇ ਦੇਣ ਵੀ ਠੀਕ ਹੈ, ਲੱਖਾਂ ਲੋਕ ਨੇ ਜਿਹੜੇ 2 ਮਹੀਨੇ ਤੋਂ ਪ੍ਰੋਟੈਸਟ ਕਰ ਰਹੇ ਆ, ਬੈਠੇ ਇੱਥੇ, ਕਾਨੂੰਨ ਮਾੜੇ ਨੇ, ਅਸੀਂ ਇਹਨਾਂ ਨੂੰ ਸਟੇ ਕੀਤਾ, ਤੁਸੀਂ ਰੱਦ ਕਰ ਦਿਓ ਉਹਨਾਂ ਨੂੰ। ਉਹ ਪਾਰਲੀਮੈਂਟ ਦਾ ਰੂਟ ਬਣਾ ਕੇ ਰੱਦ ਕਰ ਦੇਣ। ਇਸ ਲਈ ਇਹ ਅੱਧ ਪਚੱਧ ਜਿਹੜੀ ਗੱਲ ਹੈ, ਸਾਡੇ ਸਟੈਂਡ ਦੇ ਉੱਪਰ ਸੁਪਰੀਮ ਕੋਰਟ ਨੇ ਮੋਹਰ ਲਾਈ ਹੈ। ਇੱਕ ਇਹਦੇ ਉੱਪਰ ਲਾਈ, ਦੂਜਾ ਸਾਨੂੰ ਇੱਥੇ ਪ੍ਰੋਟੈਸਟ ਕਰਨ ਦਾ ਰਾਈਟ ਦਿੱਤਾ ਹੈ, ਜਿਹੜਾ ਕਿ ਸਰਕਾਰ ਸਾਨੂੰ ਇੱਥੇ ਉਠਾਉਣਾ ਚਾਹੁੰਦੀ ਸੀ, ਉਹਨੂੰ ਵੀ ਇਹਨਾਂ ਨੇ ਰੱਦ ਕੀਤਾ। ਠੀਕ ਹੈ, ਇੱਕ ਜਿਹੜੇ ਨਾਮ 4 ਦਿੱਤੇ ਗਏ ਆ ਉਸ ਦੇ ਵਿੱਚ ਉਹਨਾਂ ਤੇ ਭਰੋਸਾ ਜਿਹੜਾ ਹੈਗਾ ਕਿਸਾਨ ਆਗੂਆਂ ਨੂੰ ਕਿਉਂ ਨਹੀਂ ਬਣ ਰਿਹਾ? ਉਸ ਦੇ ਵਿੱਚ ਇੱਕ ਜਿਹੜੇ ਹੈਗੇ ਭਾਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਮਾਨ ਨੇ, ਪ੍ਰੈਜ਼ੀਡੈਂਟ ਨੇ ਭਾਰਤੀ ਕਿਸਾਨ ਯੂਨੀਅਨ ਦੇ, ਹੋਰ 2-3 ਨਾਮ ਹੋਰ ਨੇ, ਅਸ਼ੋਕ ਗੁਲਾਟੀ ਨੇ, ਅਨਿਲ ਧਨਵੰਤ ਨੇ। ਕਿਉਂ ਭਰੋਸਾ ਕਿਉਂ ਨਹੀਂ ਬਣ ਰਿਹਾ ਉਹਨਾਂ ਨੂੰ? ਭਰੋਸਾ ਨਾਵਾਂ ਦੇ ਸਵਾਲ ਤੇ ਨਹੀਂ ਹੈ। ਜੇ ਆਪਾਂ ਨਾਵਾਂ ਦੀ ਇਕੱਲਿਆਂ ਦੀ ਗੱਲ ਕਰੀਏ, ਇਹ 4 ਨਾਂ ਉਹ ਨੇ ਜਿਹੜੇ ਸਪੋਰਟਰ ਨੇ ਪਾਲਿਸੀ ਆਫ ਇੰਪੀਰੀਅਲਿਸਟ ਗਲੋਬਲਾਈਜੇਸ਼ਨ।
ਜਾਂ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਦੀ ਪਾਲਿਸੀ, ਜਿਹੜੇ ਆਰਥਿਕ ਸੁਧਾਰ ਨੇ ਉਹਨਾਂ ਦੇ ਸਪੋਰਟਰ ਨੇ ਇਹ ਸ਼ੁਰੂ ਤੋਂ ਹੀ। ਇਹਨਾਂ ਦੇ ਆਰਟੀਕਲ ਬੜੇ ਅਖਬਾਰਾਂ 'ਚ ਛਪਦੇ ਆ, ਭੁਪਿੰਦਰ ਸਿੰਘ ਮਾਨ ਦੀ ਪੋਜੀਸ਼ਨ ਨੂੰ ਪਤਾ ਹੈ। ਪਰ ਅਸੀਂ ਇਹ ਨਹੀਂ ਵੀ ਉਹਨਾਂ ਕਰਕੇ ਇਹਨਾਂ ਨੂੰ ਅਪੋਜ਼ ਕਰਦੇ ਹਾਂ ਕਮੇਟੀ ਨੂੰ। ਹੋ ਸਕਦਾ ਕੋਈ ਚੰਗੇ ਇੱਕ ਦੋ ਨਾਂ ਹੋਰ ਵੀ ਆ ਜਾਂਦੇ, ਜਿਵੇਂ ਪੀ ਸਾਈਨਾਥ ਜੀ ਹੈ, ਉਹ ਐਗਰੀਕਲਚਰ ਸਾਇੰਟਿਸਟ ਨੇ, ਐਗਰੀਕਲਚਰ ਇਕੋਨੋਮਿਸਟ ਹੈ, ਬੜੇ ਸੋਹਣੇ ਫਾਰਮ ਦੀ ਫੇਰਮਰ 'ਚ ਲਿਖਦੇ ਆ। ਪਿਛਲੀ ਪੇਸ਼ੀ ਦੇ ਉਹਨਾਂ ਦਾ ਨਾਂ ਵੀ ਆਇਆ ਸੀ। ਇਨ ਕੇਸ ਉਹ ਵੀ ਵਿੱਚ ਆ ਸਕਦਾ ਸੀ, ਤਾਂ ਫਿਰ ਵੀ ਅਸੀਂ ਕੋਈ ਕਮੇਟੀ ਨਹੀਂ ਸੀ ਮੰਨਣ ਵਾਲੇ ਤਿਆਰ। ਸਾਡਾ ਪ੍ਰਿੰਸੀਪਲ ਅਸੀਂ ਕਮੇਟੀ ਨੂੰ ਅਪੋਜ਼ ਕਰਦੇ ਹਾਂ, ਕਿਉਂਕਿ ਕਮੇਟੀ ਕਿਸੇ ਮਸਲੇ ਦਾ ਹੱਲ ਨਹੀਂ, ਨਾ ਕੋਈ ਸੋਲੂਸ਼ਨ ਹੈ। ਉਹਦੀ ਵੈਲਿਊ ਵੀ ਰਿਕਮੈਂਡੇਟਰੀ ਹੈ, ਮੈਂਡੇਟਰੀ ਨਹੀਂ। ਉਹ ਸਿਫਾਰਿਸ਼ ਕੋਈ ਕਰ ਦੇਵੇ, ਸਰਕਾਰ ਕਹੇ ਅਸੀਂ ਨਹੀਂ ਮੰਨਦੇ ਹਾਂ, ਨਾ ਅਸੀਂ ਮੰਨੀਏ ਉਸ ਨੂੰ, ਕਿਉਂਕਿ ਸਾਡੇ ਕਹਿਣੇ ਤੇ ਬਣੀ ਨਹੀਂ ਹੈ। ਇਦਾਂ ਵੀ ਹੋ ਸਕਦਾ ਕਿ ਜੇ ਕੋਈ ਸਿਫਾਰਿਸ਼ ਕਰਦੇ ਸਰਕਾਰ ਵੀ ਉਸ ਕਮੇਟੀ ਨੂੰ ਰਿਜੈਕਟ ਕਰਨ ਦਾ ਰਾਈਟ ਸਕਦੀ ਹੈ। ਬਿਲਕੁਲ, ਕਿਉਂਕਿ ਮੈਂਡੇਟਰੀ ਨਹੀਂ ਹੈ। ਉਹ ਕਮੇਟੀ ਸਿਰਫ ਸਿਫਾਰਿਸ਼ ਕਰਦੀ ਹੈ, ਮੀਡੀਏਸ਼ਨ ਹੈ ਉਹ। ਜਿਵੇਂ ਲੋਕ ਅਦਾਲਤ ਹੁੰਦੀ ਹੈ ਨਾ, ਲੋਕ ਅਦਾਲਤ 'ਚ ਪਾਰਟੀ ਨੂੰ ਅਧਿਕਾਰ ਹੁੰਦਾ ਹੈ। ਕੋਈ ਪਾਰਟੀ ਕਹੇ ਵੀ ਠੀਕ ਹੈ ਮੈਂ ਲੋਕ ਅਦਾਲਤ ਦੇ ਵਿੱਚ ਸੁਣਵਾਈ ਆਪਣੇ ਕੇਸ ਦੀ ਕਰਵਾ ਲੈਂਦੇ, ਕੋਈ ਕਹਿੰਦੇ ਨਹੀਂ ਕਰਵਾਉਂਦੇ। ਜੇ ਕੋਈ ਨਹੀਂ ਕਰਵਾਉਂਦਾ ਉਹ ਕਹਿੰਦਾ ਜੀ ਮੈਂ ਨਹੀਂ ਲੋਕ ਅਦਾਲਤ ਜਾਣਾ, ਮੇਰਾ ਕੇਸ ਤਾਂ ਹਾਈ ਕੋਰਟ ਹੈ, ਸੁਪਰੀਮ ਕੋਰਟ ਨੂੰ ਦਿਓ, ਮੈਂ ਤਾਂ ਉਹਨੂੰ ਮੈਰਿਟ ਸੁਣਵਾਈ ਕਰਾਉਣੀ ਹੈ, ਕਹਿ ਸਕਦੀਆਂ ਪਾਰਟੀਆਂ। ਇਸ ਲਈ ਅਸੀਂ ਪ੍ਰਿੰਸੀਪਲੀ ਇਸ ਕਮੇਟੀ ਨੂੰ ਤਾਂ ਪ੍ਰਵਾਨ ਨਹੀਂ ਕਰਦੇ, ਕਿਉਂਕਿ ਸਰਕਾਰ ਆਪਣੇ ਗਲ ਤੋਂ ਜਿਹੜਾ ਫੰਦਾ ਉਹਨਾਂ ਦੇ ਗਲ 'ਚ ਪਿਆ ਹੋਇਆ ਉਹਨੂੰ ਲਾ ਕੇ ਕਮੇਟੀ ਦੇ ਗਲ 'ਚ ਪਾਉਣਾ ਚਾਹੁੰਦੀ ਹੈ। ਲੋਕ ਤਾਂ ਬੀਜੇਪੀ ਗਵਰਨਮੈਂਟ ਦੇ ਪਿੱਛੇ ਹੈ, ਕਿਉਂਕਿ ਜਿਹੜੇ ਕਾਨੂੰਨ ਸਰਕਾਰ ਨੇ ਬਣਾਏ, ਬੀਜੇਪੀ ਨੇ ਬਣਾਏ, ਬੜੇ ਖਤਰਨਾਕ ਅਦਾਨੀਆਂ ਅੰਬਾਨੀਆਂ ਕਾਰਪੋਰੇਟ ਸੈਕਟਰ ਦੇ, ਉਹਨਾਂ ਨੂੰ ਮੁਨਾਫੇ ਪਹੁੰਚਾਉਣ ਲਈ ਬਣਾਏ, ਔਰ ਪਾਰਲੀਮੈਂਟ 'ਚ ਧੱਕੇ ਨਾਲ ਪਾਸ ਕਰਾਏ, ਰਾਜ ਸਭਾ ਧੱਕੇ ਨਾਲ ਪਾਸ ਕਰਾਏ। ਲੋਕਾਂ ਦਾ ਗੁੱਸਾ ਤਾਂ ਉਹਨਾਂ ਦੇ ਸਰਕਾਰ ਦੇ ਖਿਲਾਫ ਹੈ ਨਾ। ਬੀਜੇਪੀ ਕਟਹਿਰੇ 'ਚ ਫਸੀ ਹੋਈ ਹੈ, ਪੰਜਾਬ 'ਚ, ਹਰਿਆਣੇ 'ਚ, ਦੇਸ਼ 'ਚ ਬੀਜੇਪੀ ਨੂੰ ਲੋਕ ਕਿਸ ਤਰ੍ਹਾਂ ਟਾਰਗੇਟ ਕਰ ਰਹੇ ਥਾਂ ਰਿਲਾਇੰਸ ਨੂੰ, ਅੰਬਾਨੀਆਂ ਨੂੰ, ਅਦਾਨੀਆਂ ਨੂੰ, ਕਾਰੋਬਾਰ ਕਿੰਨਾ ਉਹਨੇ ਡਾਊਨ ਜਾ ਰਹੇ ਹੈ। ਇਸ ਲਈ ਇਹ ਜਿਹੜਾ ਲੋਕਾਂ ਦਾ ਗੁੱਸਾ ਹੈ, ਇੱਕ ਪਾਲਿਸੀ ਦਾ ਸਵਾਲ ਤੇ ਹੈ, ਜਿਹੜੀ ਪਾਲਿਸੀ ਸਰਕਾਰ ਲੈ ਕੇ ਆ ਰਹੀ ਹੈ ਐਗਰੀਕਲਚਰ ਰਿਫਾਰਮਸ ਦੇ ਨਾਂ ਤੇ। ਉਹ ਪਾਲਿਸੀ ਜਿਹੜੀ ਖਤਰਨਾਕ ਚੰਗੇ ਅਮੀਰ ਦੇਸ਼ਾਂ 'ਚ ਵੀ ਫੇਲ ਹੋਈ ਹੈ। ਅਮਰੀਕਾ ਦੇ ਵਿੱਚ ਇੰਪੀਰੀਅਲਿਸਟ ਗਲੋਬਲਾਈਜੇਸ਼ਨ ਦੀ ਪਾਲਿਸੀ ਜਿਹੜੀ ਸਭ ਤੋਂ ਪਹਿਲਾਂ ਸ਼ੁਰੂ ਹੋਈ, ਸਭ ਤੋਂ ਪਹਿਲਾਂ ਇਕਨੋਮਿਕ ਰਿਸੈਸ਼ਨ ਜਾਂ ਇਕਨੋਮਿਕ ਡਾਊਨ ਟਰਨ ਅਮਰੀਕਾ ਸ਼ੁਰੂ ਹੋਇਆ, ਜਿਹੜਾ ਦੁਆਲਾ ਕੱਢਦਾ ਸਾਰੀ ਇਕਨੋਮੀ ਦਾ, ਉਸ ਪਾਲਿਸੀ ਨੇ। ਉਹ ਯੂਰਪ 'ਚ ਵੀ ਆਇਆ, ਕੈਨੇਡਾ 'ਚ ਵੀ ਆਇਆ, ਅਜੇ ਤੱਕ ਉਸ ਮੰਦੇ ਤੋਂ ਬਾਹਰ ਨਹੀਂ ਨਿਕਲੇ। ਇਹ ਪਾਲਿਸੀ ਦਾ ਸਿੱਟਾ ਸੀ। ਸਾਡੇ ਦੇਸ਼ 'ਚ ਵੀ ਉਹ ਪਾਲਿਸੀ ਲਾਗੂ ਕਰਨੀ ਹੈ ਤਾਂ ਗਰੀਬ ਕਿਸਾਨ ਤਾਂ ਵਿਚਾਰੇ ਮਰਨਗੇ, ਅਮੀਰ ਦੇਸ਼ਾਂ ਦੇ ਕਿਸਾਨ ਤਾਂ ਮਰੇ ਪਏ ਆ ਪਹਿਲਾਂ ਹੀ। ਜਿੱਥੇ ਪਾਲਿਸੀ ਲਾਗੂ ਹੋਈ, ਅਮੀਰ ਦੇਸ਼ਾਂ ਦੇ ਕਿਸਾਨਾਂ ਸਿਰ ਵੀ ਬੜੇ ਭਾਰੀ ਕਰਜ਼ੇ ਨੇ, ਉਹ ਚੰਗੇ ਨਹੀਂ ਹੈ ਉੱਥੇ। ਇਹ ਗਰੀਬ ਦੇਸ਼ ਦੇ ਵਿੱਚ ਜਿਹਦੇ 86% ਲੋਕਾਂ ਕੋਲੇ ਕੇਵਲ 2 ਤੋਂ 5 ਏਕੜ ਤੱਕ ਜ਼ਮੀਨ ਹੈ, ਉਹ ਮਸਾਂ ਵਿਚਾਰੇ ਗੁਜ਼ਾਰਾ ਕਰਦੇ ਨੇ। ਜੇ ਤੁਸੀਂ ਇਹ ਕਾਨੂੰਨ ਉਹਨਾਂ ਉੱਪਰ ਲਾਗੂ ਕਰੋਗੇ ਤਾਂ ਉਹਨਾਂ ਦੀ ਜ਼ਮੀਨਾਂ ਵੀ ਨਹੀਂ ਰਹਿਣੀਆਂ, ਉਹਨਾਂ ਦੀ ਇਨਕਮ ਵੀ ਕੋਈ ਨਹੀਂ ਰਹਿਣੀ ਹੈ। ਉਹ ਤਾਂ ਵਿਚਾਰੇ ਜਾਂ ਉਹਨਾਂ ਦੇ ਫਾਰਮਾਂ 'ਚ ਕੰਮ ਕਰਨਗੇ ਜਾਂ ਜਾ ਕੇ ਕਾਰਖਾਨੇ 'ਚ ਕੰਮ ਕਰਨਗੇ, ਜਿੱਥੇ ਰੁਜ਼ਗਾਰ ਹੀ ਪਹਿਲਾਂ ਕੋਈ ਨਹੀਂ ਹੈ। ਜੇ ਅਮੀਰ ਦੇਸ਼ਾਂ ਦੇ ਕਿਸਾਨ, ਅਮੀਰ ਦੇਸ਼ਾਂ ਦੇ ਲੋਕ ਇਸ ਪਾਲਿਸੀ 'ਚ ਬਚੇ ਨਹੀਂ, ਇਹਨਾਂ ਦੇ ਖਿਲਾਫ ਆਵਾਜ਼ ਉਠਾ ਰਹੇ ਹੈ, ਤਾਂ ਗਰੀਬ ਦੇਸ਼ਾਂ ਦੀ ਪਾਲਿਸੀ ਕਿਸ ਤਰ੍ਹਾਂ ਦਾ ਭਲਾ ਕਰੇਗੀ? ਇੱਕ ਪਾਲਿਸੀ ਦਾ ਸਵਾਲ ਹੈ। ਇਸ ਲਈ ਇਸ ਨੂੰ ਅਪੋਜ਼ ਕਰਦੇ ਹਾਂ। ਇਹ ਸਰਕਾਰ ਨੇ ਪਾਲਿਸੀ ਬਣਾਈ, ਇਹ ਪਾਲਿਸੀ ਦੇ ਖਿਲਾਫ ਲੋਕ ਨੇ। ਖੇਤੀਬਾੜੀ ਕਾਨੂੰਨ ਆਰਥਿਕ ਸੁਧਾਰਾਂ ਦੇ ਤਰਜ਼ ਦੇ ਬਣਾਏ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ ਅਮੀਰ ਦੇਸ਼ਾਂ ਦੀ ਰਹਿਨਮਾਈ ਨਾਲ ਚੱਲਣ ਵਾਲੀ ਇੱਕ ਜਥੇਬੰਦੀ ਹੈ, ਸਾਰੇ ਦੇਸ਼ਾਂ ਨੂੰ ਡਿਕਟੇਟ ਕਰ ਰਹੀ ਹੈ ਤੁਸੀਂ ਖੁੱਲ੍ਹੀ ਮੰਡੀ ਬਣਾਓ, ਸਾਰੀਆਂ ਰੋਕਾਂ ਵਪਾਰ ਦੀਆਂ ਖਤਮ ਕਰੋ, MSP ਖਤਮ ਕਰੋ, ਸਰਕਾਰੀ ਖਰੀਦ ਖਤਮ ਕਰੋ। ਇਹ ਉਸ WTO ਦੇ ਡਿਕਟੇਟ ਨੇ, ਆਦੇਸ਼ ਨੇ, ਜਿਸ ਦੇ ਤਹਿਤ ਕਾਨੂੰਨ ਬਣੇ ਆ। ਪਾਲਿਸੀ ਦਾ ਸਵਾਲ ਹੈ। ਇਸ ਲਈ ਅਸੀਂ ਤਾਂ ਹੀ ਸਰਕਾਰ ਨੂੰ ਟਾਰਗੇਟ ਕਰ ਰਹੇ ਹਾਂ। ਇਹ ਸਰਕਾਰ ਦੀ ਪਾਲਿਸੀ ਹੈ, ਇਸ ਪਾਲਿਸੀ ਦੇ ਖਿਲਾਫ ਹੀ ਲੜ ਰਹੇ ਹਾਂ। ਇਹ ਪਾਲਿਸੀ ਨੂੰ ਖਤਮ ਕਰੇ ਸਰਕਾਰ, ਖੇਤੀ ਕਾਨੂੰਨ ਜਿਹੜੇ ਬਣਾਏ ਆ ਰੱਦ ਕਰੇ, ਨਹੀਂ ਤਾਂ ਕੱਲ ਨੂੰ ਹੋਰ ਵੀ ਮਾੜੇ ਕਾਨੂੰਨ ਬਣਨਗੇ। ਜੇ ਗੱਲ ਕਰੀਏ ਤਾਂ ਜੋ ਪਿਛਲੀ ਮੀਟਿੰਗ ਹੋਈ ਸੀਗੀ ਜਿਹੜੀ ਹੈਗੀ ਆ ਜਿਹੜੀ 9 ਤਰੀਕ ਨੂੰ 8 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀਗੀ, ਸੋ ਉਸ ਦੇ ਵਿੱਚ ਤੁਸੀਂ ਦੱਸਿਆ ਕਿ ਜਿਹੜਾ ਕਿ ਮੀਟਿੰਗ ਕਾਫੀ ਲੇਟ ਸ਼ੁਰੂ ਹੋਈ ਸੀਗੀ। ਹੁਣ 15 ਤਰੀਕ ਨੂੰ ਮੀਟਿੰਗ ਹੈਗੀ ਆ, ਮੀਟਿੰਗ ਦੇ ਵਿੱਚ ਮਾਹੌਲ ਕਿੱਦਾਂ ਦਾ ਹੋ ਸਕਦਾ? ਪਲੜਾ ਕਿੱਦਾਂ ਤੁਹਾਨੂੰ ਭਾਰੀ ਨਜ਼ਰ ਆ ਰਿਹਾ ਹੈਗਾ ਕਿ ਸਰਕਾਰ ਹੁਣ ਸੁਪਰੀਮ ਕੋਰਟ ਵੱਲ ਜਿਹੜਾ ਹੈਗਾ ਆਪਣਾ ਮੋਢਾ ਜਿਹੜਾ ਸੁੱਟਣ, ਜਿਹੜਾ ਉਹਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਣ ਦੀ ਕੋਸ਼ਿਸ਼ ਕਰੇਗੀ? ਤੁਹਾਨੂੰ ਕੀ ਲੱਗਦਾ ਕਿਹਦਾ ਪਲੜਾ ਭਾਰੀ ਲੱਗ ਰਿਹਾ? ਦੇਖੋ, ਪਲੜ ਦਾ ਸਾਰੀ ਮੀਟਿੰਗ ਵਿੱਚ ਕਿਸਾਨਾਂ ਦੀ ਭਾਰੀ ਰਿਹਾ। ਅਸੀਂ ਹਰ ਮੀਟਿੰਗ ਦੇ ਵਿੱਚ ਸਰਕਾਰ ਨੂੰ ਜਿਹੜਾ ਆਨਸਰ ਲੈਸ ਕੀਤਾ। ਅਸੀਂ ਬੈਠੇ ਰਹਿੰਦੇ ਹਾਂ, ਸਰਕਾਰ ਆਪਣੇ ਆਪ ਭੱਜ ਜਾਂਦੀ ਹੈ ਉੱਠ ਕੇ, ਘੰਟੇ ਬਾਅਦ ਫੇਰ ਆਉਂਦੇ ਨੇ, ਫਿਰ ਪ੍ਰਪੋਜ਼ਲ ਲਿਆਉਂਦੇ ਨੇ। ਤਾਂ ਉਹ ਕਦੇ ਵੀ ਇਸ ਤਰ੍ਹਾਂ ਹੋਇਆ ਨਹੀਂ ਵੀ ਸਾਡਾ ਕੋਈ ਪਲੜਾ ਨਹੀਂ ਭਾਰੀ ਰਿਹਾ ਹੈ। ਅਗਲੀ ਮੀਟਿੰਗ 'ਚ ਮਾਹੌਲ ਕਿੱਦਾਂ ਦਾ ਹੋ ਸਕਦਾ? 15 ਮੀਟਿੰਗ ਮਾਹੌਲ ਤਾਂ ਹਮੇਸ਼ਾ ਹੀ ਚੰਗਾ ਰਿਹਾ, ਮਾਹੌਲ ਕਦੇ ਮਾੜਾ ਨਹੀਂ ਹੋਇਆ ਹੈ। ਤਾਂ ਅਗਲੀ ਮੀਟਿੰਗ ਵੀ ਮਾਹੌਲ ਤਾਂ ਚੰਗਾ ਹੀ ਰਹੇਗਾ। ਸਰਕਾਰ ਨੇ ਬੁਲਾਇਆ, ਹੁਣ ਅਸੀਂ ਤਾਂ ਮੀਟਿੰਗ ਮੰਗੀ ਨਹੀਂ ਉਹਨਾਂ ਤੋਂ। ਜਦੋਂ 8 ਤਰੀਕ ਨੂੰ 1 ਘੰਟਾ ਡੈਡਲੌਕ ਵੀ ਹੋਇਆ, ਫਿਰ ਉੱਠ ਕੇ ਆਏ। ਉਹ ਕਹਿੰਦੇ ਠੀਕ ਹੈ, ਅਸੀਂ ਇਸ ਤੇ ਡਿਸਕਸ਼ਨ ਜਿਹੜੀ ਰੱਖਦੇ ਹਾਂ, ਆਪਾਂ ਨੇ ਡੈਡਲੌਕ ਕਰਨੀ ਨਾ, ਅਸੀਂ ਕਰਨ ਨੂੰ ਤਿਆਰ ਹਾਂ। ਤਾਂ 15 ਤਰੀਕ ਨੂੰ ਦੁਬਾਰਾ ਮਿਲਦੇ ਹਾਂ, ਕੋਈ ਸੋਲੂਸ਼ਨ ਕੱਢਾਂਗੇ, ਵੈਲਕਮ ਹੈ। ਅਸੀਂ ਤਾਂ ਨੈਗੋਸ਼ੀਏਸ਼ਨ ਲਈ ਹਮੇਸ਼ਾ ਤਿਆਰ ਹਾਂ। ਜਦ ਵੀ ਕੋਈ ਸੋਲੂਸ਼ਨ ਨਾ ਟੇਬਲ ਟਾਕ ਤੇ ਹੀ ਨਿਕਲਿਆ, ਨੈਗੋਸ਼ੀਏਸ਼ਨ ਨਿਕਲਿਆ, ਤਾਂ ਕਮੇਟੀ ਵਾਲੀ ਤਾਂ ਹੁਣ ਅੱਜ ਹੀ ਸਰਕਾਰ ਨੂੰ ਪਤਾ ਚੱਲਣਾ ਵੀ ਉਹਨਾਂ ਰੱਦ ਕਰਤੀ ਹੈ, ਉਹ ਤਾਂ ਆਪਸ਼ਨ ਬੰਦ ਹੋ ਗਈ। ਔਰ ਸੁਪਰੀਮ ਕੋਰਟ ਨੇ ਜਿੰਨਾ ਅਦਬ ਜਦ ਕਿਹਾ, ਇਹਦਾ ਵੀ ਸਰਕਾਰ ਤੇ ਵਚਨ ਹੋਵੇਗਾ।
ਵੀ ਕਾਨੂੰਨ ਵਾਕਈ ਮਾੜੇ ਨੇ। ਜੇ ਸੁਪਰੀਮ ਕੋਰਟ ਨੇ ਮੋਹਰ ਲਾਈ ਹੈ ਤਾਂ ਸਰਕਾਰ ਨੂੰ ਸਮਝਣਾ ਚਾਹੀਦਾ ਉਹ ਰੱਦ ਹੀ ਕਰ ਦੇਣ। ਇੰਨੇ ਲੱਖਾਂ ਲੋਕਾਂ ਨੂੰ ਪਰੇਸ਼ਾਨ ਹੋ ਰਹੇ ਆ, ਖੁਸ਼ੀ ਹੋ ਕੇ ਆਪਣੇ ਘਰ ਮੁੜਨਾ ਹੈ।